ਵਿਰੋਧੀ ਕਹਿੰਦੇ ਆ ਬੀਜੇਪੀ ਤੇ ਆਰਐਸਐਸ ਦੇ ਏਜੰਟ ਹੋ, ਵਾਕਈ ਇਹ ਕੰਮ ਕਰਦੇ? ਦਾਦੂਵਾਲ ਨੇ ਕਦੇ ਬੀਜੇਪੀ ਦੇ ਨਾਲ ਨਾ ਤਾਂ ਸਰਕਾਰ ਹੰਢਾਈ ਆ, ਨਾ ਕੋਈ ਸਰਕਾਰੀ ਅਹੁਦਾ ਲਿਆ। ਦੇਖੋ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਰਹੇ ਹਾਂ, ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਨਾਲ ਜੋੜ ਲਿਆ। ਬਹੁਤ ਵੱਡੇ ਸਰਮਾਏਦਾਰ ਹੈ ਜੀ ਬਾਦਲ ਪਰਿਵਾਰ, ਜਿਨ੍ਹਾਂ ਨੂੰ ਉਹਨਾਂ ਨੂੰ ਇੱਕੋ ਹੀ ਗੱਲ ਦੇਖਦਾ ਵੀ ਦਾਦੂਵਾਲ ਨੂੰ ਹਟਾਉਣਾ, ਦਾਦੂਵਾਲ ਨੂੰ ਹਟਾਉਣਾ। ਉਹ ਮੇਰੇ ਤੋਂ ਪਤਾ ਨਹੀਂ ਕਿਉਂ ਖੌਫ ਖਾਂਦੇ ਆ ਕਿ ਉਹ ਚਾਹੁੰਦੇ ਪਹਿਲਾਂ ਮੈਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਰਹੇ। ਦਾਦੂਵਾਲ ਸਾਹਿਬ, SYL ਦੇ ਜ਼ਰੀਏ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ? ਜੇ ਹੱਕ ਆ ਤਾਂ ਮਿਲਣਾ ਚਾਹੀਦਾ, ਜੇਕਰ ਉਹ ਇਕੱਲੇ ਪੰਜਾਬ ਦਾ ਹਿੱਸਾ ਵਾ ਤਾਂ ਪੰਜਾਬ ਨੂੰ ਹੀ ਰਹਿਣਾ ਚਾਹੀਦਾ ਵਾ। ਸਤਿ ਸ਼੍ਰੀ ਅਕਾਲ ਜੀ। ਪੰਜਾਬ, ਹਰਿਆਣਾ, ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼, ਖਾਸ ਮੁਲਾਕਾਤ ਦੇ ਵਿੱਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਇਸ ਖਾਸ ਮੁਲਾਕਾਤ ਅੰਦਰ, ਵਿਸ਼ੇਸ਼ ਗੱਲਬਾਤ ਅੰਦਰ, ਪਿਛਲੇ ਦਿਨਾਂ ਤੋਂ ਜੋ ਚੱਲਿਆ ਰੌਲਾ ਹੈ ਉਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਵਿਸ਼ੇਸ਼ ਤੌਰ ਤੋਂ ਹਰਿਆਣੇ ਤੋਂ ਪਹੁੰਚੇ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ। ਦਾਦੂਵਾਲ ਸਾਹਿਬ, ਤੁਹਾਡਾ ਸਵਾਗਤ ਹੈ। ਧਾਲੀਵਾਲ ਸਾਹਿਬ, ਤੁਹਾਡਾ ਧੰਨਵਾਦ ਤੇ ਸਾਰੀ ਟੀਮ ਦਾ, ਸਾਰੀਆਂ ਸਰੋਤਾਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰੋਧੀ ਕਹਿੰਦੇ ਆ ਬੀਜੇਪੀ ਤੇ ਆਰਐਸਐਸ ਦੇ ਏਜੰਟ ਹੋ, ਵਾਕਈ ਇਹ ਕੰਮ ਕਰਦੇ ਹੋ? ਦੇਖੋ, ਸਰਦਾਰ ਬਾਦਲ ਸਾਹਿਬ ਜਿਨ੍ਹਾਂ ਨੇ ਅੱਜ ਤੱਕ ਉਹਨਾਂ ਨਾਲ ਸਰਕਾਰਾਂ ਹੰਢਾਈਆਂ ਨੇ, ਵਜ਼ੀਰੀਆਂ ਮਾਣੀਆਂ ਨੇ ਪੰਜਾਬ 'ਚ ਵੀ ਤੇ ਕੇਂਦਰ 'ਚ, ਉਹ ਇਦਾਂ ਦੇ ਲਫ਼ਜ਼ ਕਹਿਣ ਤਾਂ ਸ਼ੋਭਾ ਨਹੀਂ ਦਿੰਦੇ। ਉਹਨਾਂ ਨੂੰ ਇਸ ਤਰ੍ਹਾਂ ਦੇ ਲਫ਼ਜ਼ ਜਿਹੜੇ ਆ ਉਹ ਨਹੀਂ ਵਰਤਣੇ ਚਾਹੀਦੇ। ਦਾਦੂਵਾਲ ਨੇ ਕਦੇ ਬੀਜੇਪੀ ਦੇ ਨਾਲ ਨਾ ਤਾਂ ਸਰਕਾਰ ਹੰਢਾਈ ਆ, ਨਾ ਕੋਈ ਸਰਕਾਰੀ ਅਹੁਦਾ ਲਿਆ। ਮੈਂ ਤਾਂ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ। ਜਿਹਦੀ ਸਰਕਾਰ ਹੋਵੇ, ਜਦੋਂ ਪੰਥ ਦਾ ਕੋਈ ਮਸਲਾ, ਜੇ ਮੈਂ ਇਕੱਲਾ ਕਥਾ ਕੀਰਤਨ ਕਰਾਂ ਤਾਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ। ਜਦੋਂ ਪੰਥਕ ਮੁੱਦਿਆਂ 'ਤੇ ਮੈਂ ਕੰਮ ਕਰਦਾ, ਲੀਡ ਕਰਦਾ, ਤੇ ਜਿਹਦੀ ਸਰਕਾਰ ਆ ਉਹਨਾਂ ਨਾਲ ਗੱਲਬਾਤ ਕਰਨੀ। ਜਦੋਂ ਪੰਜਾਬ 'ਚ ਬਾਦਲਾਂ ਦੀ ਸਰਕਾਰ ਸੀ ਤਾਂ ਉਹਨਾਂ ਨਾਲ ਵੀ ਗੱਲ ਕਰਦੇ, ਜਦੋਂ ਕੈਪਟਨ ਦੀ ਆਈ ਕੈਪਟਨ ਨਾਲ ਵੀ ਕੀਤੀ ਆ, ਹੁਣ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਪੰਥਕ ਮੁੱਦਿਆਂ 'ਤੇ। ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਕੇਂਦਰ 'ਚ ਬੀਜੇਪੀ ਦੀ ਸਰਕਾਰ ਆ। ਪੰਥਕ ਮੁੱਦਿਆਂ, ਪੰਥਕ ਇਸ਼ੂਆਂ 'ਤੇ ਜੇ ਅਸੀਂ ਸੰਘਰਸ਼ ਕਰਦੇ ਹਾਂ ਤੇ ਉਹਨਾਂ ਦੇ ਹੱਲ ਵਾਸਤੇ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਨਾਲ ਗੱਲਬਾਤ ਕਰਨੀ ਪਊਗੀ। ਤੁਹਾਨੂੰ ਲੱਗਦਾ ਕਿ SGPC ਤੋਂ ਬਿਨਾਂ ਕੋਈ ਜਿਹੜੀ ਆ ਵੱਖਰੀ ਕਮੇਟੀ ਹੋਣੀ ਚਾਹੀਦੀ ਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਦੇਸ਼ ਇੱਕ ਆ, ਸਟੇਟਾਂ ਵੱਖ ਨੇ। ਇਹ ਕੇਂਦਰ ਦੀ ਸਰਕਾਰ ਆ, ਸਟੇਟਾਂ ਦੀਆਂ ਸਰਕਾਰਾਂ ਨੇ। ਜੇ ਦੇਸ਼ ਇੱਕ ਆ ਤਾਂ ਫਿਰ ਸਰਕਾਰਾਂ ਵੱਖ-ਵੱਖ ਕਿਉਂ ਨੇ? ਤੇ ਇਸੇ ਤਰ੍ਹਾਂ ਜੇ ਸਟੇਟ ਦੇ ਵੱਖ-ਵੱਖ ਸਟੇਟਾਂ ਨੇ ਤੇ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਕਰ ਲੈਣ ਤਾਂ ਫਿਰ ਕਿੱਡੀ ਵੱਡੀ ਗੱਲ ਹੈ। ਮੁਲਕ ਤਾਂ ਇਹ ਵੀ ਗੱਲ ਚੱਲਦੀ ਹੈ, 1 ਵੋਟ 1 ਨੇਸ਼ਨ। ਹਾਂ, ਦੇਖੋ, ਜਦੋਂ 1 ਵੋਟ 1 ਨੇਸ਼ਨ ਹੋ ਜਾਵੇਗਾ, ਗੱਲਾਂ ਨੇ ਨਾ ਚੱਲਦੀਆਂ, ਜਦੋਂ ਹੋ ਜਾਵੇਗਾ ਉਦੋਂ ਆਪਾਂ ਅਗਲੀ ਗੱਲ ਇਹ ਵੀ ਵਿਚਾਰ ਲਾਂਗੇ। ਨਹੀਂ, ਪੰਥ ਇੱਕ ਹੈ। SGPC ਕਮੇਟੀ 1920 ਦੇ ਵਿੱਚ ਹੋਂਦ ਦੇ ਵਿੱਚ ਆਉਂਦੀ ਹੈ, ਨਵੰਬਰ 1920 ਦੇ ਵਿੱਚ। ਉਸ ਤੋਂ ਕੁਝ ਮਹੀਨਿਆਂ ਬਾਅਦ ਅਕਾਲੀ ਦਲ ਹੋਂਦ ਦੇ ਵਿੱਚ ਆਉਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ। ਅਰਦਾਸ ਕੀਤੀ ਜਾਂਦੀ ਹੈ ਕਿ ਸਮੂਹ ਗੁਰਦੁਆਰਿਆਂ ਦੀ ਸੇਵਾ ਸੰਭਾਲ 'ਚ ਜਿੱਥੇ ਵੀ ਕਿਤੇ ਆ, ਚਲੋ ਮੁਲਕ ਵੱਖੋ ਵੱਖਰੇ ਹੋ ਜਾਂਦੇ। ਉਸ ਤੋਂ ਬਾਅਦ 47 ਤੋਂ ਬਾਅਦ ਦਾ ਮਾਹੌਲ ਕੁਝ ਹੋਰ ਹੋ ਜਾਂਦਾ, 66 ਤੋਂ ਬਾਅਦ ਦਾ ਮਾਹੌਲ ਕੁਝ ਹੋਰ ਹੋ ਜਾਂਦਾ। ਪਰ ਇੱਕ ਪਾਸੇ ਉਹਦੀ ਬਾਹਰੀ ਪ੍ਰੋਟੈਕਸ਼ਨ ਕਰਨ ਦੇ ਲਈ ਇੱਕ ਸਿਆਸੀ ਜਮਾਤ ਖੜੀ ਕਰ ਲਈ ਜਾਂਦੀ ਹੈ, ਸ਼੍ਰੋਮਣੀ ਅਕਾਲੀ ਦਲ। ਫਿਰ ਜਦੋਂ ਅਕਾਲੀ ਦਲ ਹੈ ਨਾਲ ਪੈਰਲਲ ਤੇ SGPC ਹੈ, ਫਿਰ DSGMC ਦੀ ਲੋੜ ਕਿਉਂ ਪੈਂਦੀ ਹੈ? HSGMC ਦੀ ਲੋੜ ਕਿਉਂ ਪੈਂਦੀ ਹੈ? ਵੱਖਰੇ ਬੋਰਡ ਬਣਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ? ਦੇਖੋ ਧਾਲੀਵਾਲ ਸਾਹਿਬ, ਪਹਿਲੀ ਗੱਲ ਤਾਂ ਇਹ ਹੈ, ਜਦੋਂ 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਆ, ਉਦੋਂ ਸਾਂਝਾ ਪੰਜਾਬ ਸੀ, ਭਾਰਤ ਪਾਕਿਸਤਾਨ ਇੱਕ ਸੀ। ਜਦੋਂ ਭਾਰਤ ਪਾਕਿਸਤਾਨ ਬਣਿਆ ਤਾਂ ਪਾਕਿਸਤਾਨ ਦੇ ਵਿੱਚ ਥੋੜ੍ਹੇ ਸਮੇਂ ਬਾਅਦ ਉੱਥੇ ਦੀ ਕਮੇਟੀ ਵੱਖ ਹੋ ਗਈ। ਕਿਉਂ ਹੋਈ ਵੱਖ? ਗੁਰਦੁਆਰਿਆਂ ਦੀ ਕਮੇਟੀ ਬਹੁਤ ਚਿਰ ਇਕੱਠੀ ਰਹੀ। ਇਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਾ ਕੇ ਗੁਰਪੁਰਬ ਮਨਾਉਂਦੀ ਰਹੀ, ਸਾਰਾ ਕੁਝ ਕਰਦੀ, ਤੇ ਗੁਰਪੁਰਬ ਮਨਾ ਕੇ ਸਾਰਾ ਚੜਾਵਾ ਬੋਰਿਆਂ 'ਚ ਪਾ ਕੇ ਲੈ ਆਉਂਦੀ ਰਹੀ। ਪਾਕਿਸਤਾਨ ਦੇ ਸਿੱਖਾਂ ਨੇ ਦੇਖਿਆ ਵੀ ਸਾਡਾ ਚੜਾਵਾ ਤਾਂ ਉਹ ਲੈ ਜਾਂਦੇ ਆ ਤੇ ਅਸੀਂ ਇੱਥੇ ਕੀ ਕਰਨਾ, ਉਹਨਾਂ ਨੇ ਆਪਣੀ ਵੱਖਰੀ ਬਣਾ ਲਈ। ਅੱਜ ਸੇਵਾ ਸੰਭਾਲ ਸਰਾਵਾਂ ਉੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਛੇ ਪ੍ਰਬੰਧ ਕਰ ਰਹੀ ਆ। ਫਿਰ ਤੁਹਾਡੀ ਲੜਾਈ ਪ੍ਰਬੰਧਕਾਂ ਖਿਲਾਫ ਹੋਣੀ ਚਾਹੀਦੀ ਹੈ, SGPC ਦੇ ਖਿਲਾਫ ਤਾਂ ਨਹੀਂ ਹੋਣੀ ਚਾਹੀਦੀ। ਨਹੀਂ, ਤੇ ਇਸੇ ਤਰ੍ਹਾਂ ਹੀ ਮੈਂ ਕਹਿ ਰਿਹਾ ਨਾ ਕਿ ਜਦੋਂ ਪੰਜਾਬ ਵੱਖ ਹੋ ਗਿਆ, ਹਰਿਆਣਾ ਵੱਖ ਹੋ ਗਿਆ, ਪੰਜਾਬ ਬਣਾਉਣ ਲਈ ਪੰਜਾਬ ਸੂਬੇ ਲਈ ਮੋਰਚਾ ਲੱਗਾ। ਜਦੋਂ ਪੰਜਾਬ ਵੱਖ ਕਰ ਲਿਆ ਤੇ ਹਰਿਆਣਾ ਵੱਖ ਹੋ ਗਿਆ ਤੇ ਫਿਰ ਹਰਿਆਣੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਜੇ ਕਮੇਟੀ ਵੱਖਰੀ ਬਣ ਗਈ, ਦਿੱਲੀ ਦੀ ਕਮੇਟੀ ਵੱਖਰੀ ਬਣ ਗਈ, ਤੇ ਇਹਨਾਂ ਨੇ, ਜਿਨ੍ਹਾਂ ਨੇ ਅੱਜ ਹਾਲ ਪਾਰਿਆ ਕੀਤਾ, ਇਹਨਾਂ ਨੇ ਜਾ ਕੇ ਮੋਰਚੇ ਲਾਏ ਉੱਥੇ ਬਣਾਉਣ ਵਾਸਤੇ, ਇਹਨਾਂ ਨੇ ਅੱਜ ਤੱਕ ਉੱਥੇ ਪ੍ਰਬੰਧ ਕੀਤਾ। ਜੇ ਇਹਨਾਂ ਦਾ ਪ੍ਰਬੰਧ ਇੰਨਾ ਹੀ ਚੰਗਾ ਹੋਊਗਾ ਤੇ ਹਰਿਆਣੇ ਦੇ ਸਿੱਖ ਉਹਨਾਂ ਨੂੰ ਪ੍ਰਬੰਧ ਦੇ ਦਿੰਦੇ। ਪ੍ਰਬੰਧਕ ਬਦਲਦੇ ਜਾਣ, ਕਮੇਟੀਆਂ ਨਵੀਆਂ ਬਣਾਉਣ ਦੇ ਤੁਹਾਨੂੰ ਲੱਗਦਾ ਨਹੀਂ ਕਿ ਸਮੇਂ ਦੇ ਨਾਲ ਰਵਾਇਤਾਂ ਦੇ ਵਿੱਚ ਗਿਰਾਵਟ ਆ ਕੇ ਉਹਦੇ ਨਿਘਾਰ ਹੋਣ ਦੇ ਨਾਲ ਪੰਥ ਔਰ ਧਰਮ ਜਿਹੜਾ ਹੈ ਉਹਦੇ ਉੱਤੇ ਕਿਤੇ ਨਾ ਕਿਤੇ ਆਂਚ ਸਵਾਲ ਜਿਹੜੇ ਆ, ਅੱਜ ਸਾਨੂੰ ਨਹੀਂ ਪਤਾ ਲੱਗਣਾ, ਪਰ ਅੱਗੇ ਜਾ ਕੇ ਉਹਦੇ ਸਾਨੂੰ ਨਤੀਜੇ। ਧਾਲੀਵਾਲ ਸਾਹਿਬ, ਕਮੇਟੀਆਂ ਦੇ ਨਾਲ ਇਹੋ ਜਿਹਾ ਕੁਝ ਨਹੀਂ।
ਗੁਰੂ ਵੀ ਉਹੀ ਹੈ, ਸਿਧਾਂਤ ਵੀ ਉਹੀ ਹੈ, ਅਕਾਲ ਤਖਤ ਸਾਹਿਬ ਵੀ ਉਹੀ ਹੈ, ਦਰਬਾਰ ਸਾਹਿਬ ਵੀ ਉਹੀ ਹੈ, ਸਿੱਖ ਵੀ ਉਹੀ ਨੇ। ਤੇ ਸਾਡੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਵੇਂ ਇੱਕ ਕੇਂਦਰ ਦੀ ਸਰਕਾਰ ਹੈ, ਬਾਕੀ ਸਟੇਟ ਦੀਆਂ ਸਰਕਾਰਾਂ, ਪ੍ਰਧਾਨ ਮੰਤਰੀ ਅਸੀਂ ਸਾਰਾ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਸਾਡੀ ਕੇਂਦਰੀ ਕਮੇਟੀ ਆ, ਸਟੇਟਾਂ ਦੇ ਸੀਐਮ ਨਹੀਂ ਹੁੰਦੇ। ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਕਮੇਟੀਆਂ ਨੇ ਉਹ ਸਟੇਟ ਦੀਆਂ ਕਮੇਟੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਾਡੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਪਰ ਤੁਹਾਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਕੇਂਦਰ ਦੇ ਵਿੱਚ ਸਰਕਾਰ ਹੈ, ਉਸ ਸਰਕਾਰ ਨੂੰ ਲੀਡ ਪ੍ਰਧਾਨ ਮੰਤਰੀ ਕਰਦੇ ਆ, ਵੀ ਇਹਦੀ ਲੀਡ ਐਸਜੀਪੀਸੀ ਪ੍ਰਧਾਨ ਨੂੰ ਕਰਨੀ ਚਾਹੀਦੀ ਹੈ ਸਾਰਿਆਂ ਦੀ? ਚਲੋ ਵੱਖਰੀਆਂ ਕਮੇਟੀਆਂ ਜੇ ਬਣ ਵੀ ਜਾਂਦੀਆਂ ਨੇ। ਬਿਲਕੁਲ, ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸੀਐਮ ਦੀ ਪਹੁੰਚ ਹੁੰਦੀ ਆ, ਜੋ ਅਧਿਕਾਰ ਖੇਤਰ ਹੁੰਦਾ, ਇਸੇ ਤਰ੍ਹਾਂ ਸਟੇਟ ਕਮੇਟੀਆਂ ਦਾ ਅਧਿਕਾਰ ਖੇਤਰ ਆ। ਜਿਹੜੀ ਕੇਂਦਰੀ ਕਮੇਟੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾਲੇ ਧਾਲੀਵਾਲ ਸਾਹਿਬ ਹੁਣ ਇੱਕ ਬੰਦਾ 50 ਕਿਲੋ ਭਾਰ ਚੱਕ ਸਕਦਾ, ਉਹਦੇ ਤੇ ਕੁਆਂਟਲ 2 ਕੁਆਂਟਲ ਦਾ ਭਾਰ ਰੱਖ ਦਾਂਗੇ, ਤੇ ਜੇ ਉਹੀ ਭਾਰ ਆਪਾਂ ਵੰਡ ਦਈਏ ਤੇ ਸੌਖਾ ਨਹੀਂ ਹੋ ਜਾਂਦਾ। ਉਹ ਇੱਕ ਜਗ੍ਹਾ ਦੇ ਉੱਤੇ ਹੀ ਸਾਰਾ ਬੋਝ ਪਾ ਦਈਏ, ਉਹ ਦੇਖ ਹੀ ਨਾ ਪਾਉਣ। ਹੁਣ ਪ੍ਰਬੰਧ ਜਿਹੜੇ ਇਸ ਤਰ੍ਹਾਂ ਵੰਡੇ ਗਏ ਸਾਰੇ ਸਮਰਪਿਤ ਅਕਾਲ ਤਖਤ ਨੂੰ ਆ, ਸਮਰਪਿਤ ਸ਼੍ਰੋਮਣੀ ਕਮੇਟੀ ਨੂੰ, ਤਾਂ ਆਪੋ ਆਪਣੀਆਂ ਸੇਵਾ ਪ੍ਰਬੰਧਾਂ ਦੇ ਜਿਹੜੇ ਪ੍ਰਬੰਧ ਆ ਸੁਧਾਰ ਆ ਉਹ ਸੁਚੱਜੇ ਕਰ ਲੈਣਗੇ। ਜਿੱਥੇ ਸਿੱਧੀ ਜੀ ਗੱਲ ਹੈ, ਕਹਿੰਦੇ ਗੱਲ ਇਹ ਆ ਵੀ ਜਦੋਂ ਮੁਲਕ ਤਕਸੀਮ ਹੋਏ, ਚਾਹੇ ਉਹ ਧਰਮ ਦੇ ਆਧਾਰ ਤੇ ਹੋਏ ਜਾਂ ਜਿਵੇਂ ਵੀ ਹੋਏ, ਉੱਥੇ 2 ਪ੍ਰਧਾਨ ਮੰਤਰੀ ਬਣਨ ਦੀ ਗੱਲ ਸੀ। ਜਦੋਂ ਸੂਬੇ ਟੁੱਟੇ ਉੱਥੇ 2 ਮੁੱਖ ਮੰਤਰੀ ਬਣਨ ਦੀ ਗੱਲ ਸੀ। ਹੁਣ ਜਦੋਂ ਕਹਿੰਦੇ ਕਮੇਟੀਆਂ ਦੀ ਗੱਲ ਹੈ, ਉੱਥੇ ਹੋਰ ਪ੍ਰਧਾਨ ਬਣਨ ਦੀ ਹੋੜ ਹੈ। ਸਿਰਫ ਇੱਕ ਪ੍ਰਧਾਨਗੀ ਲੈਣ ਦੀ ਗੱਲ ਸੀਗੀ, ਇਸ ਕਰਕੇ ਵੱਖਰੀ ਕਮੇਟੀ ਬਣਾ ਲਈ ਗਈ। ਦੇਖੋ, ਜਦੋਂ ਇਹ ਲੜਾਈ ਸ਼ੁਰੂ ਹੋਈ ਹੈ, ਇਹ ਜਦੋਂ ਹਰਿਆਣਾ ਪੰਜਾਬ ਵੱਖਰਾ ਬਣਿਆ, ਉਸ ਵੇਲੇ ਪ੍ਰਬੰਧਕ ਜੀ ਜਿਹੜੀ ਸੀਗੀ ਉਹ ਲੜਾਈ ਸ਼ੁਰੂ ਹੋਈ ਸੀ ਵੀ ਅਸੀਂ ਆਪਣਾ ਪ੍ਰਬੰਧ ਆਪ ਕਰਨਾ। ਮੈਂ ਤਾਂ 2005 ਦੇ ਵਿੱਚ ਪਹਿਲੀ ਵਾਰ ਸਾਡੇ ਆਪਣਾ ਕਾਲਾਂ ਵਾਲੀ ਮੰਡੀ 'ਚ ਇਕੱਠ ਹੋਇਆ ਸੀਗਾ, ਤਾਂ ਉਹਦੇ ਵਿੱਚ ਸ਼ਾਮਲ ਹੋਇਆ ਸੀਗਾ। ਔਰ ਉੱਥੋਂ ਮੈਨੂੰ ਪਤਾ ਲੱਗਾ ਹਰਿਆਣੇ 'ਚ ਵਿਚਰਦਿਆਂ, ਵੈਸੇ ਮੈਂ ਪਿਛਲੇ 27 ਸਾਲਾਂ ਤੋਂ ਹਰਿਆਣਾ 'ਚ, ਅੱਜ ਮੈਂ ਹਰਿਆਣਾ ਦੇ ਵਿੱਚ ਮੇਰਾ ਬੇਸ ਆ, ਤਾਂ ਮੈਂ ਉਸ ਵੇਲੇ ਤੋਂ ਇਸ ਕਮੇਟੀ ਦੇ ਨਾਲ ਜੁੜਿਆ ਹੋਇਆ। ਤਾਂ ਮੇਰਾ ਤਾਂ ਸੇਵਾ ਸੰਭਾਲ ਦੀ ਗੱਲ ਸੀ। ਮੈਂ ਦੇਖਿਆ ਕਿ ਇੱਥੋਂ ਦੇ ਸਿੱਖਾਂ ਦਾ ਕੋਈ ਧਾਰਮਿਕ ਪਲੇਟਫਾਰਮ ਹੀ ਨਹੀਂ ਹੈਗਾ। ਇੱਥੇ ਆਉਂਦਾ ਇੱਕ ਪਰਿਵਾਰ ਆ ਕੇ ਤੇ ਇਹਨਾਂ ਨੂੰ ਕਦੇ ਕਿਸੇ ਪਾਰਟੀ ਨੂੰ ਵੇਚ ਜਾਂਦਾ, ਕਦੇ ਕਿਸੇ ਨੂੰ ਵੇਚ ਜਾਂਦਾ। 25-30 ਲੱਖ ਸਿੱਖ ਹੋਣ ਹਰਿਆਣਾ 'ਚ ਵੱਸਦੇ, ਤੇ ਉਹਨਾਂ ਦਾ ਆਧਾਰ ਕੋਈ ਨਾ ਹੋਵੇ, ਤੇ ਇਸ ਕਰਕੇ ਉਹਨਾਂ ਨੇ ਆਪਣਾ, ਹੁਣ ਦੇਖੋ ਹੁਣ ਤੁਸੀਂ ਖੁਸ਼ ਹੋ ਇਸ? ਬਿਲਕੁਲ, ਆਪ ਕਹਿ ਰਹੇ ਨੇ, ਆਪ ਹਰਿਆਣੇ ਦੇ ਸਿੱਖ ਸਾਨੂੰ ਕਹਿ ਰਹੇ ਨੇ ਕਿ ਹੁਣ ਅਸੀਂ ਆਪਣੇ ਧਾਰਮਿਕ ਰਾਜਨੀਤਿਕ ਫੈਸਲੇ ਲਾਂਗੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ, ਕਿਉਂਕਿ ਹਰ ਸਿੱਖ ਹਰਿਆਣੇ ਦਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਅਸੀਂ ਅਕਾਲ ਤਖਤ ਨੂੰ ਸਮਰਪਿਤ ਆ। ਜਿਹੜੇ ਸਾਡੇ ਸਟੇਟ ਲੈਵਲ ਦੇ ਫੈਸਲੇ ਹੋਣਗੇ ਅਸੀਂ ਆਪ ਲਾਂਗੇ, ਜਿਹੜੇ ਸਾਡੇ ਕੌਮੀ ਫੈਸਲੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣਗੇ। ਜਗਦੀਸ਼ ਸਿੰਘ ਝਿੰਡਾ ਕੌਣ ਨੇ? ਸਾਡੇ ਸਾਬਕਾ ਪ੍ਰਧਾਨ ਨੇ ਜਿਹੜੇ, ਔਰ ਮੈਂਬਰ ਨੇ। ਇਸ ਵੇਲੇ 6 ਸਾਲ ਉਹ ਪ੍ਰਧਾਨ ਰਹੇ ਨੇ। ਸਾਬਕਾ ਪ੍ਰਧਾਨ ਨੇ? 6 ਸਾਲ ਪ੍ਰਧਾਨ ਰਹੇ ਨੇ ਬਕਾਇਦਾ। ਔਰ ਜਿਸ ਵੇਲੇ ਉਹਨਾਂ ਦਾ ਅਸਤੀਫਾ ਉਹਨਾਂ ਨੇ ਦਿੱਤਾ, ਐਗਜ਼ੈਕਟਿਵ ਦੇ ਵਿੱਚ ਪ੍ਰਵਾਨ ਹੋਇਆ, ਫਿਰ ਜਰਨਲ ਹਾਊਸ 'ਚ ਪ੍ਰਵਾਨ ਹੋਇਆ, ਤੇ ਉਹਨਾਂ ਤੋਂ ਬਾਅਦ ਪਹਿਲਾਂ ਜਰਨਲ ਹਾਊਸ ਨੇ ਮੈਨੂੰ ਸਰਵਸੰਮਤੀ ਨਾਲ ਮੁੱਖ ਸੇਵਾਦਾਰ ਬਣਾਇਆ। ਉਸ ਤੋਂ ਬਾਅਦ ਮੈਂ ਅਨਾਉਂਸ ਕੀਤੀਆਂ ਇਲੈਕਸ਼ਨਾਂ ਨੋਮੀਨੇਟਡ ਮੈਂਬਰਾਂ ਦੀਆਂ, ਤਾਂ ਫਿਰ ਬਕਾਇਦਾ 13 ਅਗਸਤ 2020 ਨੂੰ ਇਲੈਕਸ਼ਨ ਹੋਈ, ਵੋਟਾਂ ਪਈਆਂ। ਝਿੰਡਾ ਸਾਹਿਬ ਨੇ ਵੀ ਵੋਟ ਪਾਈ, ਝਿੰਡਾ ਸਾਹਿਬ ਨੇ ਕੈਂਡੀਡੇਟ ਵੀ ਖੜਾ ਕੀਤਾ ਆਪਣਾ, ਪਰ ਮੈਨੂੰ ਬਹੁਮਤ ਜਿਹੜਾ ਸੀ ਉਹ ਮਿਲਿਆ, ਤੇ ਮੈਂ ਇਲੈਕਟਡ ਪ੍ਰੈਜ਼ੀਡੈਂਟ ਮੁੱਖ ਸੇਵਾਦਾਰ ਜਿਹੜਾ ਸੀਗਾ ਵੋਟਾਂ ਨਾਲ ਬਣਿਆ ਸੀ। ਅੱਜ ਹਰਿਆਣਾ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਕੌਣ ਹੈ? ਦੇਖੋ, ਇਹਦੇ ਵਾਸਤੇ ਤਾਂ ਕੋਈ ਸ਼ੰਕਾ ਨਹੀਂ। ਅੱਜ ਤੁਸੀਂ ਕਹੋ ਵੀ ਦੇਸ਼ ਦਾ ਪ੍ਰਾਈਮ ਮਿਨਿਸਟਰ ਕੌਣ ਹੈ ਜਾਂ ਸਟੇਟ ਦਾ ਸੀਐਮ ਕੌਣ ਹੈ, ਹਰ ਗੱਲ ਹੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ। ਆ ਜਿਹੜਾ ਗੁੰਮਰਾਹਕੁਨ ਪ੍ਰਚਾਰ ਜਿਹਾ ਥੋੜਾ ਜਿਹਾ ਹੋਇਆ ਵਾ, ਇਹਦੇ ਕਰਕੇ ਮੈਂ ਸਮਝਦਾ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ। ਕੋਈ ਨਹੀਂ, ਸਾਡੇ ਭਰਾ ਨੇ, ਕੋਈ ਰੋਸੇ ਗਿਲੇ ਹੋ ਜਾਂਦੇ ਆ। ਹਰ ਗੱਲ ਹੀ ਕਾਨੂੰਨੀ ਪ੍ਰਕਿਰਿਆ, ਉਹ ਸਾਡੇ ਕੋਲ ਆਉਣ, ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇ। ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਜਿਹੜਾ ਹੈਗਾ ਉਹ ਮੁੱਖ ਸੇਵਾਦਾਰ ਚੁਣਿਆ ਜਾਊ, ਜਿਹਨੂੰ ਹਰਿਆਣੇ ਦੀਆਂ ਸੰਗਤਾਂ, ਸਿੱਖ ਸੰਗਤਾਂ ਚੁਣਨਗੀਆਂ। ਵੀ ਕੌਣ ਸੇਵਾ ਕਰ ਸਕਦਾ ਮੇਰੇ ਨਾਲੋਂ? ਮੈਂ ਤਾਂ ਉਨੀ ਨਹੀਂ ਕਰ ਸਕਦਾ। ਜਿਹੜਾ ਮੇਰੇ ਨਾਲੋਂ ਵੀ ਵਧੀਆ ਕਰ ਸਕਦਾ ਤਾਂ ਸੰਗਤਾਂ ਉਹਦੇ ਤੇ ਮੋਹਰ ਲਾ ਦੇਣਗੀਆਂ, ਉਹ ਸੇਵਾ ਕਰਨ। ਜੇ ਮੈਨੂੰ ਹੁਕਮ ਲਾਉਣਗੇ, ਜਿਵੇਂ ਉਹ ਦਾਅਵਾ ਕਰਦੇ ਆ ਜੀ, ਉਹਨਾਂ ਮੁਤਾਬਕ ਕਿ ਮੈਂਬਰ ਉਹਨਾਂ ਕੋਲੇ ਆਏ ਆ ਬਹੁ ਗਿਣਤੀ ਦੇ ਵਿੱਚ, ਉਹਨਾਂ ਨੇ ਉਹਨਾਂ ਨੂੰ ਆਪਣਾ ਪ੍ਰਧਾਨ ਮੰਨ ਲਿਆ। ਜਿਵੇਂ ਸਰਕਾਰ ਦੇ ਉੱਤੇ ਫੈਸਲਾ ਛੱਡਿਆ ਸੀ ਕਿ ਉਸ ਤੋਂ ਬਾਅਦ ਹੁਣ ਜਿਹੜਾ ਮੈਂ ਪ੍ਰਧਾਨ ਆ, ਉਹਦੇ ਉੱਤੇ ਕੀ ਕਰਨਾ? ਉਹਨਾਂ ਨੂੰ ਸਪਸ਼ਟ ਕਰੋ। ਉਹਨਾਂ ਨੂੰ ਆਪਣੇ ਬਚਨ ਤੇ ਰਹਿਣਾ ਚਾਹੀਦਾ, ਜ਼ੁਬਾਨ ਤੇ ਰਹਿਣਾ ਚਾਹੀਦਾ। ਇੱਕ ਦਿਨ ਪਹਿਲਾਂ ਉਹ ਜ਼ੁਬਾਨ ਹੋਰ ਕਰਦੇ, ਬਚਨ ਹੋਰ ਕਰਦੇ, ਅਗਲੇ ਦਿਨ ਉਹ ਬਦਲ ਜਾਂਦੇ ਆ। ਤੇ ਮੈਂ ਧਾਲੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਇੱਥੇ 20, 50, 100 ਐਮਐਲਏ ਇਕੱਠੇ ਹੋ ਕੇ ਕਹਿਣ ਸੜਕ ਦੇ ਉੱਤੇ, ਤੁਹਾਡੇ ਸਟੂਡੀਓ ਦੇ ਬਾਹਰ, ਕਿ ਅਸੀਂ ਚੀਫ ਮਿਨਿਸਟਰ ਬਦਲਤਾ, 100, 200 ਐਮਪੀ ਇਕੱਠੇ ਹੋ ਕੇ ਕਹਿਣ ਕਿ ਅਸੀਂ ਪੀਐਮ ਬਦਲ ਦਿੱਤਾ। ਇਸ ਤਰ੍ਹਾਂ ਨਹੀਂ, ਹਰ ਗੱਲ ਦਾ ਪ੍ਰੋਸੀਜਰ ਹੁੰਦਾ। ਚੌਂਕ ਚੌਰਾਹਿਆਂ 'ਚ ਖੜ ਕੇ ਕਦੇ ਪ੍ਰਧਾਨ ਨਹੀਂ ਬਦਲੇ ਜਾਂਦੇ, ਬੰਦ ਕਮਰਾ ਮੀਟਿੰਗਾਂ ਕਰਕੇ ਪ੍ਰਧਾਨ ਨਹੀਂ ਬਦਲੇ ਜਾਂਦੇ। ਪ੍ਰੋਸੀਜਰ ਆ। ਜੇ ਕਿਸੇ ਨੂੰ ਕੋਈ ਰੋਸ ਆ, ਗਿਲਾ ਵਾ,
ਉਹ ਮੈਂਬਰ ਸਾਹਿਬਾਨ ਲਿਖ ਕੇ ਸੈਕਟਰੀ ਨੂੰ ਦੇਣ, ਸੈਕਟਰੀ ਸਾਹਿਬਾਨ ਐਗਜ਼ੈਕਟਿਵ ਨੂੰ ਦੇਣ, ਫਿਰ ਪ੍ਰਧਾਨ ਜਰਨਲ ਹਾਊਸ ਸੱਦੇ, ਜਰਨਲ ਹਾਊਸ ਪ੍ਰਧਾਨ ਦੇ ਕਹਿਣ ਤੇ ਜਰਨਲ ਸੈਕਟਰੀ ਸਾਹਿਬ ਉਹ ਸੱਦਣ, ਫਿਰ ਜਰਨਲ ਹਾਊਸ ਦੇ ਵਿੱਚ ਜਿਹੜਾ ਹੈਗਾ ਬੇਭਰੋਸਗੀ ਦਾ ਮਤਾ ਆਵੇ, ਫਿਰ ਉੱਥੇ ਇਲੈਕਸ਼ਨ ਦਾ ਜਿਹੜਾ ਦਿਨ ਰੱਖਿਆ ਜਾਵੇ, ਫਿਰ ਫਾਰਮ ਭਰੇ ਜਾਣ, ਫਿਰ ਵੋਟਾਂ ਪੈਣ, ਫਿਰ ਜਿਹੜੀ ਇਹ ਪ੍ਰਕਿਰਿਆ ਉਹ ਪੂਰੀ ਹੋਵੇ। ਸੰਵਿਧਾਨ ਹੈ ਕੋਈ ਮਹੰਤਾਂ ਦਾ ਡੇਰਾ ਨਹੀਂ ਹੈ, ਸਾਰੇ ਹੀ ਮੇਰੇ ਹੱਕ 'ਚ ਨੇ, ਕੋਈ ਐਸੀ ਗੱਲ ਨਹੀਂ ਆ। ਇਹ ਤਾਂ ਜਦੋਂ ਅਸੀਂ ਇਲੈਕਸ਼ਨ ਕਰਾਵਾਂਗੇ ਉਸ ਦਿਨ ਸਪਸ਼ਟ ਹੋਵੇਗਾ ਕਿ ਕਿੰਨੇ ਮੈਂਬਰ ਕਿਸ ਪਾਸੇ ਆ, ਕਿੰਨੇ ਮੈਂਬਰ ਕਿਸ ਪਾਸੇ ਆ। ਬਹੁਤ ਸਾਰੇ ਮੈਂਬਰਾਂ ਦੇ ਇਸ ਘਟਨਾ ਤੋਂ ਬਾਅਦ ਮੈਨੂੰ ਫੋਨ ਆਏ ਆ, ਉਹ ਕਹਿੰਦੇ ਜੀ ਸਾਡੇ ਤਾਂ ਸਾਈਨ ਵੀ ਉਦਾਂ ਕੀਤੇ, ਸਾਡਾ ਤਾਂ ਨਾਮ ਵੀ ਉਦਾਂ ਵਰਤ ਲਿਆ। ਜਿਹੜੇ ਮੈਂਬਰ ਇਕੱਠੇ ਹੋਏ ਵੀ ਜਿਹੜੇ ਸਿਗਨੇਚਰ ਹਸਤਾਖਰ ਝੂਠੇ, ਬਿਲਕੁਲ ਉਹਨਾਂ ਨੇ ਮੈਂਬਰ ਸਾਹਿਬਾਨਾਂ ਨੇ ਮੈਨੂੰ ਕਿਹਾ ਤੁਸੀਂ ਉਹਨਾਂ ਨੂੰ ਟੈਸਟ ਸਰਕਾਰ ਕਰਵਾ ਸਕਦੀ ਆ। ਉਸ ਦਿਨ ਉਸ ਜਗ੍ਹਾ ਤੇ ਜਿੱਥੇ ਉਹ ਸਾਡੇ ਵੀਰ ਇਕੱਠੇ ਹੋਏ ਸੀ 21 ਮੈਂਬਰ ਸੀਗੇ, 21 ਮੈਂਬਰਾਂ ਚੋਂ 5 ਬਰਖਾਸਤ ਕੀਤੇ ਹੋਏ ਮੈਂਬਰ ਆ, ਜਿਨ੍ਹਾਂ ਦੀ ਜਗ੍ਹਾ ਹਰਿਆਣਾ ਸਰਕਾਰ ਨੇ ਬਕਾਇਦਾ ਨਵੇਂ ਮੈਂਬਰ ਨੋਟੀਫਿਕੇਸ਼ਨ ਕਰਕੇ ਨੋਮੀਨੇਟ ਕਰ ਦਿੱਤੇ ਆ। ਹੁਣ ਪਿੱਛੇ ਰਹਿ ਗਏ 16, 41 ਚੋਂ 16 ਮੈਂਬਰ ਆ। 16 ਮੈਂਬਰਾਂ ਨੂੰ ਹੱਕ ਨਹੀਂ ਹੈ ਕਿ ਉਹ ਪ੍ਰਧਾਨ ਨੂੰ ਇਸ ਤਰੀਕੇ ਨਾਲ ਚੁਣ ਸਕਣ। ਬਕਾਇਦਾ ਜੇ ਉੱਥੇ 30 ਵੀ ਇਕੱਠੇ ਹੋ ਜਾਣ, ਝਿੰਡਾ ਸਾਹਿਬ ਕਹਿੰਦੇ 32 ਹੈ ਮੇਰੇ ਕੋਲ, ਨਹੀਂ ਪਰ ਜੇ ਕਹਿ ਦੇਣਾ, ਜਿਹੜੀ ਮੈਂ ਤਾਂ ਤੁਹਾਨੂੰ ਜਿਹੜੀ ਹੈਗੀ ਨਾ ਗਿਣਤੀ ਦੱਸ ਰਿਹਾ, ਬਕਾਇਦਾ ਜਿਹੜੇ ਸਟੀਕ ਜਿਹੜੇ ਹੈਗੇ ਆ ਨਾ ਉਹ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਮੈਂ ਕੋਈ ਹਵਾਈ ਗੱਲਾਂ ਨਹੀਂ ਕਰ ਰਿਹਾ। ਉਹ ਫੋਟੋ ਤੁਸੀਂ ਦੇਖ ਲਓ, ਤੁਹਾਡੇ ਟੀਵੀ ਤੇ ਦਿਖਾ ਦਿਓ, 21 ਮੈਂਬਰ ਹਾਜ਼ਰ ਨੇ, ਉਹਨਾਂ ਚੋਂ 5 ਬਰਖਾਸਤ ਕੀਤੇ ਹੋਏ, ਜਿਨ੍ਹਾਂ ਦੀ ਜਗ੍ਹਾ ਨਵੇਂ ਮੈਂਬਰ ਹਰਿਆਣਾ ਸਰਕਾਰ ਵੱਲੋਂ ਚੁਣੇ ਹੋਏ ਆ। ਔਰ ਬਾਕੀ ਉਹ ਵੀ ਕੋਈ ਨਹੀਂ, ਜਿਹੜੇ ਸਾਡੇ 16 ਮੈਂਬਰ ਗੁੱਸੇ ਗਿਲੇ ਆ, ਆਉਣ ਵਾਲੇ ਦਿਨਾਂ ਇਲੈਕਸ਼ਨ ਕਰਾਵਾਂਗੇ, ਸੇਵਾ ਕਰਨੀ ਆ। ਇੱਥੇ ਕੀ ਹੈ, ਇੱਥੇ ਕੋਈ ਪ੍ਰਧਾਨਗੀ ਦਾ ਰੌਲਾ ਨਹੀਂ, ਪਰ ਪ੍ਰੋਸੀਜਰ ਫਾਲੋ ਕਰਨਾ, ਐਕਟ ਨੂੰ ਫਾਲੋ ਕਰਨਾ ਜ਼ਰੂਰੀ ਹੈ। ਕੋਈ ਮਹੰਤਾਂ ਦਾ ਡੇਰਾ ਨਹੀਂ ਆ ਕਿ ਦਸਤਾਰਬੰਦੀ ਕਰ ਦਿੱਤੀ। ਇਹ ਬਕਾਇਦਾ ਇੱਕ ਸਟੇਟ ਬਾਡੀ ਆ, ਹੁਣ ਤੱਕ ਕਾਨੂੰਨੀ ਮਾਨਤਾ ਮਾਨਯੋਗ ਸੁਪਰੀਮ ਕੋਰਟ ਨੇ ਦਿੱਤੀ ਹੈ। ਸੋ ਇਸ ਕਰਕੇ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਊਗੀ, ਉਹਦੇ ਵਿੱਚ ਜਿਹਨੂੰ ਵੀ ਸੇਵਾ ਹਰਿਆਣਾ ਦੀਆਂ ਸੰਗਤਾਂ ਦੇਣਗੀਆਂ ਜਾਂ ਮੈਂਬਰ ਸਾਹਿਬਾਨ ਦੇਣਗੇ ਉਹ ਮੁੱਖ ਤੌਰ ਤੇ ਆ ਜੂ। ਇਹ ਸਮੇਂ ਤੋਂ ਪਹਿਲਾਂ ਹੀ ਜਿਹੜਾ ਹੈਗਾ, ਮੈਂ ਸਮਝਦਾ ਕਿ ਵਿਆਹ 'ਚ ਵੀ ਦਾ ਲੇਖਾ ਪਾਉਣ ਵਾਲੀ ਗੱਲ ਆ। ਇਹ ਸਮੇਂ ਤੋਂ ਪਹਿਲਾਂ ਇਦਾਂ ਦੀਆਂ ਗੱਲਾਂ, ਉਹਦੇ ਨਾਲ ਹੋਸ਼ਾਪਣ ਝਲਕਦਾ ਵਾ, ਉਹਦੇ ਨਾਲ ਲਾਲਸਾ ਝਲਕਦੀ ਆ, ਕਬਜ਼ੇ ਦੀ ਭਾਵਨਾ ਝਲਕਦੀ ਆ। ਪਰ ਮੈਂ ਨਹੀਂ ਚਾਹੁੰਦਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਤਰ੍ਹਾਂ ਮਜ਼ਾਕ ਬਣਾਇਆ ਜਾਵੇ, ਹਾਸੋਹੀਣੀਆਂ ਗੱਲਾਂ ਕੀਤੀਆਂ ਜਾਣ, ਗੈਰ ਕਾਨੂੰਨੀ ਗੱਲਾਂ ਨਾ ਕੀਤੀਆਂ ਜਾਣ, ਕਾਨੂੰਨ ਨੂੰ ਫਾਲੋ ਕੀਤਾ ਜਾਵੇ। ਬਕਾਇਦਾ ਜਿਹੜਾ ਐਕਟ ਗੁਰਦੁਆਰਾ 2014 ਨੂੰ ਫਾਲੋ ਕੀਤਾ ਜਾਵੇ ਤੇ ਉਹਦੇ ਅਨੁਸਾਰ ਜਿਹੜੀ ਸਾਰੀ ਪ੍ਰਕਿਰਿਆ ਵਾ, ਕੌਣ ਪ੍ਰਧਾਨ ਹੋਵੇਗਾ, ਕੌਣ ਤੁਸੀਂ ਇਸ ਖਿਲਾਫ ਕੋਈ ਐਕਸ਼ਨ ਲਓਗੇ, ਕੋਈ ਕਾਨੂੰਨੀ ਦਾਅ ਪੇਚ ਅਪਣਾਓਗੇ? ਕਿਉਂਕਿ ਜਿਵੇਂ ਤੁਸੀਂ ਗੱਲ ਕਹੀ ਹੈ, ਕੋਈ ਮਜ਼ਾਕ ਨਾ ਬਣੇ, ਮਜ਼ਾਕ ਬਣ ਚੁੱਕਿਆ, ਹਾਸਾ ਵੀ ਲੋਕ ਕਰ ਰਹੇ ਆ। ਵੀ ਲੋਕ ਇੱਥੋਂ ਤੱਕ ਵੀ ਕਹਿਣ ਲੱਗ ਪਏ ਆ ਕਿ ਪਤਾ ਲੱਗ ਗਿਆ ਲੜਾਈ ਉਹ ਕੁਰਸੀ ਦੀ ਸੀ। ਲੋਕਾਂ ਦੀ ਜ਼ਬਾਨ ਤਾਂ ਕਦੇ ਨਹੀਂ ਫੜੀ ਜਾ ਸਕਦੀ। ਨਿਜ਼ਾਮ ਦੇ ਵਿੱਚ ਜਿਸ ਤਰੀਕੇ ਦਾ ਵਾਪਰਦਾ ਹੈ, ਆਵਾਮ ਜਿਹੜੀ ਹੈ ਉਸ ਨੂੰ ਉਵੇਂ ਅਪਣਾਉਂਦੀ ਹੈ ਜਿਵੇਂ ਬਾਹਰੋਂ ਦਿਖਦਾ, ਅੰਦਰ ਦਾ ਪਰਦੇ ਪਿੱਛੇ ਦੀ ਗੱਲ ਨਹੀਂ। ਇਸ ਕਰਕੇ ਪੁੱਛ ਰਿਹਾ ਕੀ ਤੁਸੀਂ ਕੋਈ ਕਾਨੂੰਨੀ ਦਾਅ ਪੇਚ ਅਪਣਾਓਗੇ ਜਿਨ੍ਹਾਂ ਨੇ ਝੂਠੇ ਹਸਤਾਖਰ ਕਰਵਾ ਕੇ ਅਜਿਹਾ ਕੁਝ ਕੀਤਾ? ਧਾਲੀਵਾਲ ਸਾਹਿਬ, ਫਿਰ ਇੱਕ ਮੈਂ ਅਪੀਲ ਕਰਨੀ ਚਾਹੁੰਦਾ, ਇਹ ਤਾਂ ਹੁਣ ਹਰਿਆਣਾ ਦੀਆਂ ਸੰਗਤਾਂ ਨੇ ਦੇਖਣਾ ਨਾ, ਮਜ਼ਾਕ ਕਿਸ ਨੇ ਬਣਾਇਆ, ਹਾਸੋਹੀਣੀਆਂ ਗੱਲਾਂ ਕਿਸ ਨੇ ਕੀਤੀਆਂ, ਗੈਰ ਕਾਨੂੰਨੀ ਗੱਲਾਂ ਕਿਸ ਨੇ ਕੀਤੀਆਂ। ਬਲਜੀਤ ਸਿੰਘ ਦਾਦੂਵਾਲ ਨੂੰ ਇਲੈਕਟਡ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਮੁੱਖ ਸੇਵਾਦਾਰ, ਬਕਾਇਦਾ ਕਾਨੂੰਨੀ 2.5 ਸਾਲ ਦਾ ਅਰਸਾ ਸੀਗਾ, ਬਕਾਇਦਾ ਐਕਟ 'ਚ ਲਿਖਿਆ ਹੋਇਆ। 6 ਮਹੀਨੇ ਬਾਕੀ ਪਏ ਆ, ਬਾਕੀ ਉਸ ਤੋਂ ਪਹਿਲਾਂ ਵੀ ਕਰਾਉਣਾ ਹੈ ਤਾਂ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇ। ਇਹ ਨਹੀਂ ਕਿਹਾ ਜਾ ਸਕਦਾ ਕਿ ਮੇਰੇ ਨਾਲ ਇੰਨੇ ਮੈਂਬਰ ਆ ਗਏ ਆ। ਜੇ ਆ ਗਏ ਆ ਤਾਂ ਤੁਸੀਂ ਦਫ਼ਤਰ ਨੂੰ ਦੱਸੋ, ਮੁੱਖ ਦਫ਼ਤਰ ਨੂੰ, ਬਕਾਇਦਾ ਸੈਕਟਰੀ ਨੂੰ ਦੱਸੋ, ਉਹਨਾਂ ਨੂੰ ਕਹੋ ਜਰਨਲ ਹਾਊਸ ਸੱਦਿਆ ਜਾਵੇ, ਫਿਰ ਜਰਨਲ ਹਾਊਸ ਹੋਵੇ, ਫਿਰ ਉਸ ਦੇ 'ਚ ਵੋਟਿੰਗ ਹੋਵੇ, ਫਿਰ ਜਾ ਕੇ ਜਿਹੜੀ ਹੈ ਪ੍ਰੈਜ਼ੀਡੈਂਟ ਦੀ ਪ੍ਰਕਿਰਿਆ ਪੂਰੀ ਹੁੰਦੀ ਆ। ਤੇ ਇਸ ਤਰ੍ਹਾਂ ਹੀ ਸਾਡੇ ਮੁੱਖ ਦਫ਼ਤਰ, ਜਿਹੜਾ ਅੱਜ ਤੱਕ ਸਾਡਾ ਮੁੱਖ ਦਫ਼ਤਰ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗੁਰਦੁਆਰਾ ਪਾਤਸ਼ਾਹੀ 6ਵੀਂ ਤੇ 9ਵੀਂ ਚੀਕਾ, ਉੱਥੇ ਇਹ ਸਾਰੀ ਪ੍ਰਕਿਰਿਆ ਹੋਈ ਸੀ। ਰਜਿਸਟਰਾਂ ਤੇ ਨੋਟਸ ਸੀ, ਨੋਟਸ ਲੱਗੇ ਹੋਏ ਆ। ਬਕਾਇਦਾ ਸੈਕਟਰੀ ਨੇ ਨੋਟਸ ਪਹਿਲਾਂ ਜਰਨਲ ਹਾਊਸ ਦਾ ਕੱਢਿਆ, ਅਸਤੀਫਾ ਜਿਹੜਾ ਸੀ ਬਕਾਇਦਾ ਪਹਿਲਾਂ ਐਗਜ਼ੈਕਟਿਵ ਨੇ ਪਾਸ ਕੀਤਾ ਝਿੰਡਾ ਸਾਹਿਬ ਦਾ, ਫਿਰ ਬਕਾਇਦਾ ਜਰਨਲ ਹਾਊਸ ਨੇ ਪਾਸ ਕੀਤਾ। ਅੱਜ ਉਹ ਐਕਟ ਤੋਂ ਦੂਜੀਆਂ ਗੱਲਾਂ ਕਰ ਰਹੇ ਨੇ। ਝਿੰਡਾ ਸਾਹਿਬ ਕਹਿੰਦੇ ਮੇਰਾ ਅਸਤੀਫਾ ਤਾਂ ਗਵਰਨਰ ਨੇ ਪਾਸ ਕਰਨਾ ਸੀਗਾ। ਉਹ ਸੀਐਮ ਥੋੜੀ ਨੇ, ਮੁੱਖ ਮੰਤਰੀ ਥੋੜੇ ਨੇ, ਉਹਦਾ ਇੱਕ ਧਾਰਮਿਕ ਸੰਸਥਾ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਦਾ ਅਸਤੀਫਾ, ਸੀਐਮ ਦਾ ਅਸਤੀਫਾ ਮੁੱਖ ਮੰਤਰੀ ਦਾ ਰਾਜਪਾਲ ਸਾਹਿਬ ਨੇ ਪ੍ਰਵਾਨ ਕਰਨਾ ਹੁੰਦਾ। ਇਹ ਅਸਤੀਫਾ ਤਾਂ ਜਿਹੜਾ ਕਮੇਟੀ 'ਚ ਪ੍ਰਵਾਨ ਹੋਣਾ। ਬਾਕੀ ਕਮੇਟੀ 'ਚ ਪ੍ਰਵਾਨ ਹੋਇਆ, ਖੁਦ ਝਿੰਡਾ ਸਾਹਿਬ ਨੇ ਕੈਂਡੀਡੇਟ ਖੜਾ ਕੀਤਾ, ਖੁਦ ਇਲੈਕਸ਼ਨ ਦੇ ਵਿੱਚ ਭਾਗ ਲਿਆ, ਖੁਦ ਵੋਟਿੰਗ ਕੀਤੀ, ਵੋਟਾਂ 'ਚ ਹਾਰੇ ਸਰਦਾਰ ਝਿੰਡਾ ਸਾਹਿਬ।
ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਮੈਂ ਸਮਝਦਾ ਕਿ ਗੈਰ ਕਾਨੂੰਨੀ ਤੇ ਬੇਤੁਕੀਆਂ ਨੇ। ਇਸ ਤਰ੍ਹਾਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਔਰ ਸੰਗਤਾਂ ਨੂੰ ਮੇਰੀ ਬੇਨਤੀ ਅਪੀਲ ਆ ਕਿ ਜਿਨ੍ਹਾਂ ਨੇ ਮਜ਼ਾਕ ਬਣਾਇਆ ਵਾ ਉਹਨਾਂ ਨੂੰ ਇਹ ਗੱਲ ਦਾ ਜਵਾਬ ਸੰਗਤਾਂ ਨੂੰ ਲੈਣਾ ਚਾਹੀਦਾ। ਉਹਨਾਂ ਤੋਂ ਜਿਹੜੀ ਹਰਿਆਣਾ ਦੀ ਕਮੇਟੀ ਦਾ ਮੁੱਖ ਦਫ਼ਤਰ ਹੈ, ਉਸ ਦਫ਼ਤਰ ਦੇ ਵਿੱਚ ਅੱਜ ਕੌਣ ਬਹਿੰਦਾ, ਕਿਹਦੇ ਨੁਮਾਇੰਦੇ ਬਹਿੰਦੇ ਆ ਉੱਥੇ ਜਾ ਕੇ? ਦੇਖੋ ਅੱਜ ਤੱਕ ਮੈਂ ਉੱਥੇ ਹਾਜ਼ਰ ਹਾਂ, ਉੱਥੇ ਸੈਕਟਰੀ ਹਾਜ਼ਰ ਹੈ। ਅੱਜ ਤੁਸੀਂ ਬੈਠੇ ਸੀ? ਨਹੀਂ, ਅੱਜ ਤਾਂ ਮੈਂ ਬਾਹਰ ਆਇਆ ਹੋਇਆ ਸੀਗਾ। ਬਕਾਇਦਾ ਮੈਂ ਉੱਥੇ ਜਾ ਕੇ ਜਿਸ ਦਿਨ ਆਪਣਾ ਫੈਸਲਾ ਆਇਆ ਉਸ ਦਿਨ ਵੀ ਸੰਗਤਾਂ ਦੀਆਂ ਵਧਾਈਆਂ ਲਈਆਂ, ਉਸ ਤੋਂ ਬਾਅਦ ਵੀ, ਤੇ ਅੱਜ ਵੀ ਮੈਂ ਦੇਖ ਰੇਖ ਕਰ ਰਿਹਾ ਬਕਾਇਦਾ। ਨਾਲੇ ਕਾਨੂੰਨ ਕਿਸ ਤਰ੍ਹਾਂ ਇਹਨਾਂ ਗੱਲਾਂ ਨੂੰ ਮਾਨਤਾ ਦੇ ਦੇਗਾ ਢਾਲੀਵਾਲ ਸਾਹਿਬ? ਅੱਜ ਸਰਦਾਰ ਧਾਮੀ ਸਾਹਿਬ ਨੂੰ ਜੇ ਮੈਂਬਰ ਇਕੱਠੇ ਹੋ ਕੇ ਕਹਿ ਦੇਣ ਵੀ ਅਸੀਂ ਤਾਂ ਧਾਮੀ ਸਾਹਿਬ ਹਟਾ ਦਿੱਤਾ, ਤਾਂ ਇਹ ਇੱਦਾਂ ਧਾਮੀ ਸਾਹਿਬ ਪ੍ਰਧਾਨ ਨਹੀਂ ਰਹਿਣਗੇ? ਅੱਜ MLA ਸਾਹਿਬਾਨ ਕਹਿ ਦੇਣ ਵੀ ਅਸੀਂ ਮੁੱਖ ਮੰਤਰੀ ਹਟਾ ਦਿੱਤਾ। ਇਸ ਤਰ੍ਹਾਂ ਨਹੀਂ ਹੁੰਦਾ। ਮੇਰੇ ਨਾਲ ਬਹੁ ਮਤਾ ਕੋਈ ਕਹਿ ਦੇ, ਉਹਦੇ ਲਈ ਬਕਾਇਦਾ ਬੇਭਰੋਸਗੀ ਦਾ ਮਤਾ ਵਿਧਾਨ ਸਭਾ ਚ ਆਉਂਦਾ, ਫਿਰ ਜਾ ਕੇ ਸਾਰੀਆਂ ਗੱਲਾਂ ਕਾਨੂੰਨੀ। ਇਹ ਤਾਂ ਗੈਰ ਕਾਨੂੰਨੀ ਗੱਲਾਂ, ਹਾਸੋ ਹੀਣੀਆਂ ਗੱਲਾਂ ਕੀਤੀਆਂ, ਪਤਾ ਨਹੀਂ ਕਿਉਂ। ਜੇਕਰ SGPC ਦੇ ਮੈਂਬਰ ਇਕੱਠੇ ਹੋ ਕੇ ਕਹਿ ਦੇਣ ਔਰ ਉਹ ਇਸ ਗੱਲ ਦਾ ਐਲਾਨ ਕਰ ਦੇਣ, ਲੋਕਾਂ ਦੇ ਵਿੱਚ ਆ ਕੇ ਐਲਾਨ ਕਰ ਦੇਣ, ਪ੍ਰੈਸ 'ਚ ਲਾ ਕੇ ਐਲਾਨ ਕਰ ਦੇਣ, ਫਿਰ ਤਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਰਹੂਗਾ। ਜਦੋਂ ਨਹੀਂ, ਬਿਲਕੁਲ ਨਹੀਂ। ਮੈਜੋਰਟੀ ਦਾ ਇੱਕ ਬਾਈ ਪ੍ਰੋਸੀਜਰ ਲਾ ਆ, ਇੱਕ ਐਕਟ ਆ 1925 ਐਕਟ ਆ ਸ਼੍ਰੋਮਣੀ ਕਮੇਟੀ ਦਾ ਵੀ। ਜਦੋਂ ਮੈਂਬਰ ਸਾਹਿਬਾਨਾਂ ਦੀ ਬਹੁ ਗਿਣਤੀ ਹੋ ਜੇ ਉਹ ਸੈਕਟਰੀ ਨੂੰ ਦੇਣ ਕਿ ਜਰਨਲ ਹਾਊਸ ਸੱਦਿਆ ਜਾਵੇ। ਫਿਰ ਜਰਨਲ ਹਾਊਸ ਜਿਹੜਾ ਉਹ ਪ੍ਰਧਾਨ ਦੀ ਐਗਜ਼ੈਕਟਿਵ ਜਿਹੜੀ ਆ ਉਹ ਸੱਦੇ, ਔਰ ਫਿਰ ਸੱਦਣ ਤੋਂ ਬਾਅਦ ਜਿਹੜਾ ਜਰਨਲ ਹਾਊਸ ਆ ਉਹਦੇ 'ਚ ਬੇਭਰੋਸਗੀ ਦਾ ਮਤਾ ਹੋਵੇ, ਫਿਰ ਇਲੈਕਸ਼ਨ ਦਾ ਐਲਾਨ ਹੋਵੇ, ਫਿਰ ਫਾਰਮ ਭਰੇ ਜਾਣ, ਕੌਣ ਕੈਂਡੀਡੇਟ ਹੋਣਗੇ, ਤਾਂ ਫਿਰ ਬਕਾਇਦਾ ਜਿਹੜਾ ਪ੍ਰੈਜ਼ੀਡੈਂਟ ਦਾ ਫੈਸਲਾ ਹੁੰਦਾ। ਇਹ ਪ੍ਰੋਸੀਜਰ ਜਿਹੜੀ ਇਹ ਦੁਬਿਧਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਵੀ ਇਹ ਪ੍ਰੋਸੀਜਰ ਨੂੰ ਫੋਲੋ ਕਰ ਲਓ, ਹਾਊਸ ਸੱਦ ਲਿਆ ਜਾਵੇ, ਉਹਦੇ ਵਿੱਚ ਜਿਹੜਾ ਹੈ ਉਹ ਸਾਰਾ। ਬਿਲਕੁਲ, ਅਸੀਂ ਆਉਣ ਵਾਲੇ ਦਿਨਾਂ 'ਚ, ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਸਰਦਾਰ ਝੀਂਡਾ ਸਾਹਿਬ ਜਿਹੜੀ ਤੁਸੀਂ ਪ੍ਰਧਾਨਗੀ ਦੀ ਕੁੜਤੀ ਸਵਾਈ ਆ, ਕੋਈ ਨਹੀਂ ਪ੍ਰੈਸ ਪ੍ਰੁਸ ਮਾਰੋ ਇਹਨੂੰ, ਅਸੀਂ ਜਰਨਲ ਹਾਊਸ ਸੱਦਾਂਗੇ। ਜਰਨਲ ਹਾਊਸ ਹੋਊਗਾ ਬਕਾਇਦਾ ਵੋਟਾਂ ਵਾਸਤੇ ਅਸੀਂ ਕਹਾਂਗੇ, ਉੱਥੇ ਸਾਰਾ ਕੁਝ ਹੋਊਗਾ, ਉੱਥੇ ਬਹੁਮਤ ਪੇਸ਼ ਕਰਨਾ ਹੋਊਗਾ, ਇਹ ਸਾਰਾ ਕੁਝ ਹੋਊਗਾ। ਬਾਕੀ ਕਈ ਗੱਲਾਂ ਜਿਹੜੀਆਂ ਅਸੀਂ ਆਪ, ਨਾ ਤਾਂ ਝੀਂਡਾ ਸਾਹਿਬ ਦੇ ਹੱਥ 'ਚ ਆ ਨਾ ਮੇਰੇ ਹੱਥ 'ਚ ਆ। ਇਹ ਜਿਹੜੀ ਕਮੇਟੀ ਸੀ ਨਾ, ਐਡ ਹੌਕ ਕਮੇਟੀ ਬਣਾਈ ਸੀ 2014 'ਚ 18 ਮਹੀਨਿਆਂ ਵਾਸਤੇ, ਕਿ ਇਹ ਜਿਹੜੀ 41 ਮੈਂਬਰੀ ਨੋਮੀਨੇਟ ਕਮੇਟੀ ਹੈ 18 ਮਹੀਨੇ ਕੰਮ ਕਰੇਗੀ, ਗੁਰੂ ਘਰਾਂ ਦਾ ਪ੍ਰਬੰਧ ਕਰੇਗੀ, ਵਾਰਡਬੰਦੀ ਕਰੇਗੀ, 40 ਹਲਕੇ ਬਣਨੇ ਸੀ ਪੂਰੇ ਹਰਿਆਣੇ ਦੇ, ਵੋਟਾਂ ਬਣਾਏਗੀ ਸਰਕਾਰੀ ਅਫਸਰਾਂ ਦੇ ਨਾਲ, ਤੇ ਫਿਰ ਇੱਥੇ ਇਲੈਕਸ਼ਨ ਹੋਏਗੀ, ਫਿਰ ਜਿੱਤ ਕੇ ਮੈਂਬਰ ਆਣਗੇ, ਉਹ ਆ ਕੇ ਪ੍ਰਬੰਧ ਸੰਭਾਲਣਗੇ। 18 ਮਹੀਨਿਆਂ ਤੋਂ ਬਾਅਦ ਨਾ ਤਾਂ ਹਰਿਆਣਾ ਸਰਕਾਰ ਨੇ ਇਸ ਕਮੇਟੀ ਨੂੰ ਵੈਲਿਡਿਟੀ ਦਿੱਤੀ, ਨਾ ਇਹਨੂੰ ਖਤਮ ਕੀਤਾ। 8 ਸਾਲ ਹੋ ਗਏ ਆ। ਇਹ ਤਾਂ ਹੁਣ ਹਰਿਆਣਾ ਸਰਕਾਰ ਦੇ ਵੀ ਅਧਿਕਾਰ ਖੇਤਰ 'ਚ ਆ ਕਿ ਉਹਨਾਂ ਨੇ ਇਸ ਕਮੇਟੀ ਨੂੰ ਕੰਟੀਨਿਊ ਕਰਨਾ, ਜਾਂ ਉਹਨਾਂ ਨੇ ਇਸ ਨੂੰ ਡਿਸੋਲਵ ਕਰਨਾ, ਜਾਂ ਇਹਨੂੰ ਰਿਪਲੇਸ ਇਹਦੇ ਵਿੱਚ ਕਰਨਾ। ਇਹ ਅਧਿਕਾਰ ਖੇਤਰ ਵੀ ਸਾਡਾ ਨਹੀਂ ਰਹਿ ਜਾਂਦਾ। ਜੋ ਕੁਝ ਹੋਇਆ, ਤੁਹਾਨੂੰ ਲੱਗਦਾ ਇਹਦੇ ਪਿੱਛੇ ਕੋਈ ਹੋਰ ਤੰਤਰ ਕੰਮ ਕਰ ਰਿਹਾ ਹੋਵੇ? ਬਹੁਤ ਵੱਡੇ ਸਰਮਾਏਦਾਰ ਹੈ ਜੀ ਬਾਦਲ ਪਰਿਵਾਰ, ਜਿਨ੍ਹਾਂ ਨੂੰ, ਉਹਨਾਂ ਨੂੰ ਇੱਕੋ ਹੀ ਗੱਲ ਦਿਖਦਾ ਵੀ ਦਾਦੂਵਾਲ ਨੂੰ ਹਟਾਉਣਾ, ਦਾਦੂਵਾਲ ਨੂੰ ਹਟਾਉਣਾ, ਦਾਦੂਵਾਲ ਨਹੀਂ ਰਹਿਣ ਦੇਣਾ। ਪਹਿਲਾਂ ਵੀ ਜਦੋਂ ਵੋਟਾਂ ਹੋਈਆਂ ਸੀ, ਬਾਦਲ ਪਰਿਵਾਰ ਨੇ ਝਿੰਡਾ ਸਾਹਿਬ ਨੂੰ ਅੱਗੇ ਕੀਤਾ, ਬਹੁਤ ਕੁਛ ਇਹਦੇ ਪਿੱਛੇ ਹੈ। ਇਹ ਤਾਂ ਝੀਂਡਾ ਸਾਹਿਬ ਸਪਸ਼ਟ ਕਰ ਸਕਦੇ ਵੀ ਉਹਨਾਂ ਨੇ, ਤੁਹਾਨੂੰ ਕੀ ਲੱਗਦਾ? ਇਹ ਤਾਂ ਸਰਦਾਰ ਝੀਂਡਾ ਸਾਹਿਬ ਸਪਸ਼ਟ ਕਰ ਸਕਦੇ ਆ ਕਿ ਉਹਨਾਂ ਨੇ ਇਦਾਂ ਕਿਉਂ ਕੀਤਾ, ਕਿਉਂਕਿ ਮੇਰੇ ਕੋਲ ਤਾਂ ਬਹੁਤ ਗੱਲਾਂ ਪਹਿਲਾਂ ਵੀ ਉਹਨਾਂ ਨਾਲ ਮੀਟਿੰਗਾਂ ਹੋ ਗਈਆਂ। ਸਾਡੇ ਹੋਰ ਮੈਂਬਰ ਵੀ ਚੰਡੀਗੜ੍ਹ ਸੱਦ ਕੇ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਲਈ, ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਦਾਦੂਵਾਲ ਦੇ ਖਿਲਾਫ ਜਿਹੜਾ ਹੈਗਾ ਪ੍ਰਚਾਰ ਕਰੋ। ਉਸ ਵੇਲੇ ਵੀ ਅੱਜ ਉਹਨਾਂ ਦੇ ਕਈ ਮੈਂਬਰ ਛੱਡ ਕੇ ਸਾਡੇ ਨਾਲ ਆਏ, ਉਹਨਾਂ ਨੇ ਦੱਸਿਆ ਵੀ ਸਾਨੂੰ, ਨਾਲੇ ਉਹਨਾਂ ਦਾ ਕੋਈ ਲੈਗਾ ਦੇਗਾ ਨਹੀਂ ਸੀ। ਜਿੱਦਣ ਇਲੈਕਸ਼ਨ ਸੀ ਸਾਨੂੰ ਕਹਿੰਦੇ ਅਸੀਂ ਹੋਟਲਾਂ 'ਚ ਬੈਠੇ ਸੀਗੇ ਤੇ ਇੱਕੋ ਗੱਲ ਸੀ ਵੀ ਦਾਦੂਵਾਲ ਨੂੰ ਹਰਾਉਣਾ ਜਿਸ ਤਰ੍ਹਾਂ ਮਰਜੀ। ਉਹ ਮੇਰੇ ਤੋਂ ਪਤਾ ਨਹੀਂ ਕਿਉਂ ਖੌਫ ਖਾਂਦੇ ਆ ਕਿ ਉਹ ਚਾਹੁੰਦੇ, ਪਹਿਲਾਂ ਮੈਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਰਹੇ, ਝੂਠੇ ਮੁਕੱਦਮੇ ਪਾਉਂਦੇ ਰਹੇ, ਮੈਂ ਝੂਠੇ ਮੁਕੱਦਮਿਆਂ 'ਚੋਂ ਨਿਕਲ ਗਿਆ, ਬਾਇਜ਼ਤ ਬਰੀਮਾਨਯੋਗ ਅਦਾਲਤਾਂ ਨੇ ਕੀਤਾ। ਉਹਨਾਂ ਨੇ ਸੌਦਾ ਸਾਧ ਦੀ ਪੁਸਤ ਪਣਾਈ ਕਰਦੇ ਰਹੇ, ਮੇਰੇ ਧਰਮ ਪ੍ਰਚਾਰ ਨੂੰ ਹਮੇਸ਼ਾ ਹੀ ਉਹ ਰੋਕਦੇ ਰਹੇ। ਇਹ ਤਾਂ ਉਹੀ ਦੱਸ ਸਕਦੇ ਵੀ ਪੰਜਾਬ 'ਚ ਹੋਰ ਵੀ ਲੱਖਾਂ ਕਰੋੜਾਂ ਬੰਦੇ ਸੀਗੇ, ਮੈਂ ਵੀ ਹੈਗਾ, ਮੇਰੇ ਨਾਲ ਤਾਂ ਕਦੇ ਇਦਾਂ ਨਹੀਂ ਹੋਇਆ, ਤੁਹਾਡੇ ਨਾਲ ਹੀ ਕਿਉਂ ਹੁੰਦਾ? ਜਿਹੜਾ ਧਰਮ ਪ੍ਰਚਾਰ ਮੈਂ ਕਰਦਾ ਸੀ, ਜੋ ਉਹਨਾਂ ਦੀਆਂ ਕੁਰੀਤੀਆਂ ਨੂੰ ਲੋਕਾਂ 'ਚ ਉਜਾਗਰ ਕਰਦਾ ਸੀ ਪੰਥ ਦਾ ਪ੍ਰਚਾਰ ਕਰਕੇ, ਉਹ ਤੁਸੀਂ ਨਹੀਂ ਕੀਤਾ। ਜੇ ਉਹ ਤੁਸੀਂ ਕਰਦੇ ਤਾਂ ਹੋ ਸਕਦਾ ਤੁਹਾਨੂੰ ਵੀ ਕਰ ਦਿੰਦੇ। ਹੋਰ ਵੀ ਜਿਹੜੇ ਮੇਰੇ ਤੋਂ ਇਲਾਵਾ ਜਿਹੜੇ ਕੋਈ ਬਾਦਲ ਪਰਿਵਾਰ ਦੀਆਂ ਕੁਰੀਤੀਆਂ ਨੂੰ ਸਾਹਮਣੇ ਲਿਆਉਂਦੇ, ਉਹਨਾਂ ਨਾਲ ਵੀ ਉਹ ਕਰਦੇ ਹੀ ਆ, ਤੁਹਾਡੇ ਸਾਹਮਣੇ ਆ। ਹਰਿਆਣਾ ਸਰਕਾਰ ਦਾ ਕੋਈ ਹੱਥ ਹੈ ਇਸ ਦੇ ਵਿੱਚ? ਕਿਸ ਚੀਜ਼ ਦੇ? ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ, ਜਿਵੇਂ ਝਿੰਡਾ ਹੋਰੀ ਕਹਿੰਦੇ ਆ ਕਿ 32 ਮੈਂਬਰ ਮੇਰੇ ਨਾਲ ਆ ਤੇ ਮੈਂ ਪ੍ਰਧਾਨ ਆ। ਨਹੀਂ, ਇਸ ਤਰੀਕੇ ਨਾਲ ਦੇਖੋ, ਇੱਕ ਦਿਨ ਪਹਿਲਾਂ ਉਹ ਕਹਿ ਰਹੇ ਨੇ ਕਿ ਹਰਿਆਣਾ ਸਰਕਾਰ ਦਾ ਜੋ ਫੈਸਲਾ ਹੋਏਗਾ ਉਹ ਜਰਨਲ ਹਾਊਸ ਦਾ ਅੱਗੇ ਜਿਸ ਤਰੀਕੇ ਦੇ ਨਾਲ ਵੀ ਐਡ ਹੌਕ ਕਮੇਟੀ ਅੱਗੇ ਵੈਲਿਡਿਟੀ ਦੇਣਗੇ, ਇਹਨੂੰ ਕੰਟੀਨਿਊ ਕਰਨਗੇ ਜਾਂ ਡਿਸੋਲਵ ਕਰਨਗੇ ਜਾਂ ਨਵੀਂ ਬਣਾਉਣਗੇ,
ਇੱਕ ਪਾਸੇ ਉਹਨਾਂ ਨੇ ਇਦਾਂ ਤੇ ਦੂਜੇ ਪਾਸੇ ਉਹ ਹਰਿਆਣਾ ਸਰਕਾਰ ਦਾ ਮੈਨੂੰ ਨਹੀਂ ਕੋਈ ਲੱਗਦਾ ਵੀ ਆਹ ਜਿਹੜੀ ਗੱਲਬਾਤ ਆ ਇਹਦੇ ਵਿੱਚ ਉਹਨਾਂ ਨੇ ਤਾਂ ਸਗੋਂ ਸਾਰਿਆਂ ਨੂੰ ਕਿਹਾ ਮਿਲ ਕੇ ਰਹੋ। ਮੈਂ ਵਧਾਈ ਦੇ ਕੇ ਆਇਆ, ਮੈਨੂੰ ਵੀ ਉਹਨਾਂ ਨੇ ਕਿਹਾ ਆਪਸ ਵਿੱਚ ਮਿਲ ਕੇ ਪ੍ਰਬੰਧ ਕਰੋ। ਇਹ ਝਿੰਡਾ ਸਾਹਿਬ ਹੁਣੀ ਗਏ ਆ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਮਿਲ ਗਏ। ਇੱਕ ਪਾਸੇ ਤਾਂ ਮੈਨੂੰ ਕਹੀ ਜਾਂਦੇ ਬੀਜੇਪੀ ਨਾਲ ਰਲੇ ਹੋਏ ਆ ਤੇ ਦੂਜੇ ਪਾਸੇ ਖੁਦ ਬੀਜੇਪੀ ਦੇ ਚੀਫ ਮਿਨਿਸਟਰ ਸਾਹਿਬ ਸਾਡੇ ਹਰਿਆਣੇ ਦੇ ਉਹਨਾਂ ਨੂੰ ਜਾ ਕੇ ਮਿਲ ਕੇ ਆਏ ਆ, ਆਪ ਲੱਡੂ ਖਵਾ ਕੇ ਆਏ ਆ, ਆਪ ਸਰੂਪੋ ਦੇ ਕੇ ਆਏ, ਸਨਮਾਨ ਕਰਕੇ ਆਏ ਆ। ਤਾਂ ਹੀ ਤਾਂ ਮੈਂ ਪੁੱਛ ਰਿਹਾ ਵੀ ਤੁਹਾਨੂੰ ਲੱਗਦਾ ਵੀ ਕੁਝ ਇਦਾਂ ਦੀ ਗੱਲ ਹੈ ਹੋ ਸਕਦੀ? ਨਹੀਂ ਇਹੋ ਜੀ ਗੱਲ ਮੈਨੂੰ ਹਰਿਆਣਾ ਸਰਕਾਰ ਵੱਲੋਂ ਨਹੀਂ, ਤਾਂ ਇਹਨਾਂ ਦੇ ਪਿੱਛੇ ਜਿਹੜੀ ਇਧਰਲੇ ਪਾਸਿਓਂ ਜਿਹੜੀ ਸਾਜ਼ਿਸ਼ ਮੈਨੂੰ ਲੱਗਦੀ ਆ। ਹਰਿਆਣਾ ਸਰਕਾਰ ਤਾਂ ਉਹ ਤਾਂ ਚਾਹੁੰਦੇ ਪੀਸਫੁਲ ਤਰੀਕੇ ਨਾਲ ਸੇਵਾ ਸੰਭਾਲ ਹੋਵੇ, ਪੀਸਫੁਲ ਤਰੀਕੇ ਨਾਲ ਜਿਹੜਾ ਹਰਿਆਣੇ ਦੀਆਂ ਸੰਗਤਾਂ ਆਪਣੇ ਪ੍ਰਬੰਧ ਨੂੰ ਚਲਾਉਣ। ਉਹਨਾਂ ਦਾ ਤੇ ਇਹਦੇ ਵਿੱਚ ਕੋਈ ਲੈਗਾ ਦੇਗਾ ਨਹੀਂ ਇਸ ਗੱਲ ਦੇ ਵਿੱਚ। ਉਹ ਤਾਂ ਹੁਣ ਵੀ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨਗੇ ਵੀ ਇਸ ਤਰ੍ਹਾਂ ਦਾ ਨਹੀਂ, ਕਾਨੂੰਨ ਦੀ ਪ੍ਰਕਿਰਿਆ ਨੂੰ ਅਪਣਾਓ, ਕਾਨੂੰਨੀ ਗੱਲ ਜਿਹੜੀ ਆ ਉਹ ਕਰੋ, ਐਕਟ ਅਨੁਸਾਰ ਕਰੋ, ਗੈਰ ਕਾਨੂੰਨੀ ਕੋਈ ਗੱਲ ਨਾ ਕਰੋ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਕਦੋਂ ਤੇ ਕਿਵੇਂ ਹੋ ਸਕਦੀਆਂ ਨੇ? ਦੇਖੋ ਇਹਦੇ ਵਾਸਤੇ ਜਿਹੜਾ ਹੁਣ ਪਹਿਲਾਂ ਤਾਂ ਸੀ 18 ਮਹੀਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸੁਪਰੀਮ ਕੋਰਟ ਚਲੇਗੀ, ਫੈਸਲਾ ਲਟਕਿਆ ਰਿਹਾ 8 ਸਾਲ। ਪਿਛਲੇ 2 ਸਾਲ ਦੀ ਜੱਦੋ-ਜਹਿਦ ਮਿਹਨਤ ਕਰਕੇ ਅਸੀਂ ਇਹਨੂੰ ਰਿਜ਼ਲਟ ਤੱਕ ਲੈ ਕੇ ਗਏ, ਦਿਨ ਰਾਤ ਮਿਹਨਤ ਕੀਤੀ, ਕਦੇ ਚੰਡੀਗੜ੍ਹ ਕਦੇ ਦਿੱਲੀ, ਵਕੀਲਾਂ ਨੂੰ ਮਿਲੇ, ਐਡਵੋਕੇਟ ਜਨਰਲਾਂ ਨੂੰ ਮਿਲੇ, ਅਫਸਰਾਂ ਨੂੰ ਮਿਲੇ, ਲੀਡਰਾਂ ਨੂੰ ਵੀ ਮਿਲੇ ਕਿ ਭਾਈ ਸਾਡੇ ਹੱਕ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਾਡਾ ਹਰਿਆਣੇ ਦੇ ਸਿੱਖਾਂ ਦਾ ਹੱਕ ਆ। ਦਿਨ ਰਾਤ ਮਿਹਨਤ ਕੀਤੀ। ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਜਿਹੜਾ ਲੈ ਆਂਦਾ। ਪਿਛਲੇ 6 ਸਾਲਾਂ ਦੇ ਵਿੱਚ ਸਾਡੇ ਕਈ ਮੈਂਬਰ ਸਾਹਿਬਾਨ ਹੀ ਦੱਸਦੇ ਆ ਕਿ ਉਹ ਤਾਂ ਖੁਦ ਤਰੀਕ ਲੈ ਆਉਂਦੇ ਸੀ। ਸਰਦਾਰ ਝਿੰਡਾ ਸਾਹਿਬ ਕਹਿੰਦੇ ਨਾ ਫੈਸਲਾ ਨਹੀਂ ਲੈਣਾ, ਅੱਜ ਤਾਂ ਮੈਂ ਪ੍ਰਧਾਨ ਆ ਕਹਿੰਦੇ, ਤੇ ਜੇ ਫੈਸਲਾ ਹੋ ਗਿਆ ਪਤਾ ਨਹੀਂ ਗਾਂ ਇਲੈਕਸ਼ਨ 'ਚ ਮੈਂ ਜਿੱਤ ਕੇ ਆਵਾਂ ਕਿ ਨਾ ਆਵਾਂ। ਉਹ ਖੁਦ ਤਰੀਕਾਂ ਲੈ ਆਉਂਦੇ ਸੀ ਮਾਨਯੋਗ ਸੁਪਰੀਮ ਕੋਰਟ ਤੋਂ। ਪਰ ਅਸੀਂ ਦਿਨ ਰਾਤ ਇੱਕ ਕਰਕੇ 2 ਸਾਲਾਂ 'ਚ ਇਸ ਕਮੇਟੀ ਨੂੰ ਕਿ ਹਰਿਆਣੇ ਦੇ ਸਿੱਖਾਂ ਦਾ ਹੱਕ ਆ, ਇਹ ਉਹਨਾਂ ਨੂੰ ਮਿਲਣਾ ਚਾਹੀਦਾ, ਅਸੀਂ ਇਹਨੂੰ ਰਿਜ਼ਲਟ ਤੱਕ ਲੈ ਗਏ। ਚੰਗੇ ਵਕੀਲਾਂ ਦੀ ਟੀਮ ਲਈ ਅਸੀਂ ਵਕੀਲ ਬਦਲੇ। ਤਾਂ ਹੀ ਮੈਂ ਪੁੱਛ ਰਿਹਾ ਹੁਣ ਚੋਣਾਂ ਕਦੋਂ ਹੋਣਗੀਆਂ? ਹੁਣ ਜਿਹੜੀਆਂ ਚੋਣਾਂ ਨੇ ਇਹ ਹੁਣ ਸਰਕਾਰ ਦੇ ਉੱਤੇ ਡਿਪੈਂਡ ਹੈ, ਕਿਉਂਕਿ ਸਰਕਾਰ ਇੱਕ ਚੋਣ ਕਮਿਸ਼ਨ ਬਣਾਏਗੀ, ਗੁਰਦੁਆਰਾ ਕਮਿਸ਼ਨ ਵੀ ਬਣਾਏਗੀ, ਔਰ ਇਸੇ ਤਰੀਕੇ ਨਾਲ ਫਿਰ ਚੋਣ ਕਮਿਸ਼ਨ ਜਿਹੜਾ ਬਣਾ ਕੇ ਫਿਰ ਉਹ ਅੱਗੇ ਵੋਟਾਂ ਬਣਾਏਗਾ, ਵਾਰਡਬੰਦੀ ਕਰੇਗਾ, ਫਿਰ ਜਾ ਕੇ ਜਿਹੜੀ ਇਲੈਕਸ਼ਨ ਆ ਉਹ ਹੋਏਗੀ। ਤੇ ਉਹ ਜਿਹੜੀ ਐਡਹੌਕ ਕਮੇਟੀ ਆ ਉਹ ਇਹੀ ਹੋਏਗੀ ਜਾਂ ਨਵੀਂ ਬਣਾਈ ਜਾਵੇਗੀ। ਇਹ ਵੀ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ ਹੈ, ਇਹ ਸਾਡਾ ਨਹੀਂ ਹੈ। ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿੰਦੇ ਆ ਕਿ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਿੱਖਾਂ ਦੀ ਪਾਰਲੀਮੈਂਟ ਹੈ। ਇਹ ਵੱਖਰੀਆਂ ਕਮੇਟੀਆਂ ਬਣਾਉਣ ਦਾ ਜਿਹੜਾ ਰਿਵਾਜ ਚੱਲ ਪਿਆ, ਇਹ ਸਿੱਖਾਂ ਦੀ ਤਾਕਤ ਨੂੰ ਘਟਾਉਣਾ, ਉਸ ਨੂੰ ਖਤਮ ਕਰਨਾ ਔਰ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ ਉਹਨੂੰ ਤੋੜਨ ਦੇ ਬਰਾਬਰ ਹੈ। ਦੇਖੋ ਸਰਦਾਰ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਉਹ ਉਸ ਪਰਿਵਾਰ ਨਾਲ ਰਿਲੇਟਡ ਨੇ। ਜਿਹੜਾ ਪਰਿਵਾਰ ਨਹੀਂ ਚਾਹੁੰਦਾ ਕਿ ਉਹਨਾਂ ਦੇ ਪ੍ਰਬੰਧ ਹੇਠੋਂ ਇਹ ਪ੍ਰਬੰਧ ਨਿਕਲੇ, ਉਹਨਾਂ ਨੇ ਫਿਰ ਉਹਨਾਂ ਦੀ ਬੋਲੀ ਜਿਹੜੀ ਆ ਉਹ ਬੋਲਣੀ ਆ। ਇਹੋ ਜੀ ਕੋਈ ਗੱਲ ਨਹੀਂ ਆ। ਹਰਿਆਣੇ ਦੇ ਸਿੱਖ ਜਿਹੜੇ ਆ ਉਹ ਅਕਾਲ ਤਖਤ ਨੂੰ ਸਮਰਪਿਤ ਆ। ਇਹ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਚਾਹੁੰਦੇ, ਇੱਥੇ ਸਕੂਲ ਕਾਲਜ ਖੋਲ੍ਹਣਾ ਚਾਹੁੰਦੇ, ਇੱਥੇ ਧਰਮ ਪ੍ਰਚਾਰ ਕਰਨਾ ਚਾਹੁੰਦੇ ਆ ਕਿ ਇੱਥੇ ਚੰਗੇ ਗ੍ਰੰਥੀ ਸਿੰਘ ਪੈਦਾ ਹੋਣ, ਚੰਗੇ ਰਾਗੀ ਸਿੰਘ ਪੈਦਾ ਹੋਣ, ਚੰਗੇ ਕੀਰਤਨ ਇੱਦਾਂ ਦੇ ਗੁਰਮਤ ਵਿਦਿਆਲੇ ਖੋਲ੍ਹੇ ਜਾਣ। ਇਹ ਆਪਣਾ ਇਹ ਪ੍ਰਬੰਧ ਚਾਹੁੰਦੇ ਆ। ਆਹੀ ਅੱਬੇ ਨੂੰ ਪੂਰੇ ਜਿੰਨੇ ਪੰਜਾਬ 'ਚੋਂ ਫੋਨ ਆਏ, ਹਰਿਆਣੇ 'ਚੋਂ ਆਏ, ਉਹਨੇ ਪੰਜਾਬ 'ਚੋਂ ਆਏ ਵਧਾਈ ਦੇ। ਸਿਰਫ ਬਾਦਲ ਪਰਿਵਾਰ ਨਾਲ ਜਿਹੜੇ ਰਿਲੇਟਡ ਲੋਕ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਦੂਜੀਆਂ ਸਿੱਖ ਜਥੇਬੰਦੀਆਂ ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਆ। ਸੰਗਤਾਂ ਵਿਦੇਸ਼ਾਂ ਦੇ ਵਿੱਚੋਂ ਵੀ ਮੈਨੂੰ ਫੋਨ ਆਏ ਵਧਾਈ ਦੇ, ਔਰ ਉਹਨਾਂ ਨੇ ਸ਼ਲਾਘਾ ਕੀਤੀ। ਤੁਹਾਨੂੰ ਇਹ ਲੜਾਈ ਨਹੀਂ ਲੜਨੀ ਚਾਹੀਦੀ ਕਿ ਜਿਹੜੀ ਇੱਕ ਪਰਿਵਾਰ ਦਾ ਵਿਰੋਧ ਹੈ ਉਸ ਪਰਿਵਾਰ ਦੇ ਖਿਲਾਫ ਲੜਾਈ ਲੜੀਏ, ਨਾ ਕਿ ਮਤਲਬ ਆਪਣੀ ਬਾਡੀਜ਼ ਦੇ ਖਿਲਾਫ ਲੜਾਈ ਲੜੀਏ? ਦੇਖੋ ਇਹ ਬਾਡੀਜ਼ ਦੇ ਖਿਲਾਫ ਤਾਂ ਲੜਾਈ ਹੈ ਹੀ ਨਹੀਂ ਹੈ। ਪਰਿਵਾਰ ਨੇ ਇਹਨਾਂ ਸੰਸਥਾਵਾਂ ਨੂੰ ਨਿਘਾਰ ਤੱਕ ਲੈ ਗਿਆ, ਤਾਂ ਕਰਕੇ ਜਿਹੜਾ ਹੈਗਾ ਅੱਜ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰਿਵਾਰ ਦੀ ਛਤਰ ਛਾਇਆ ਨਹੀਂ ਚੱਕੋਗੇ ਤਾਂ ਪਤਾ ਨਹੀਂ ਅਜੇ ਕਿੰਨੇ ਨਿਘਾਰ 'ਚ ਜਾਵੇ। ਜੇ ਚੰਗੇ ਲੋਕ ਆ ਜਾਣ SGPC ਦੇ ਵਿੱਚ, ਕੀ ਇਹ ਗੱਲ ਹੋ ਸਕਦੀ ਹੈ DSG MCA HSG MC ਆਪਣੇ ਆਪ ਨੂੰ ਡਿਸੋਲਵ ਕਰ ਦੇਣ ਕਿ ਸਾਡੀ ਤਾਂ ਪਾਰਲੀਮੈਂਟ ਇਹੀ ਹੈ, ਸਾਡੀ ਸੁਪਰੀਮ ਬਾਡੀ ਇਹੀ ਹੈ, ਅਸੀਂ ਇਹਦੇ ਅਧੀਨ ਕੰਮ ਕਰਨ ਨੂੰ ਤਿਆਰ ਹਾਂ? ਵੀ ਇਹ ਪ੍ਰਧਾਨ ਜਿਹੜੇ ਦੇਖੋ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆ। ਅਸੀਂ ਤਾਂ ਸਮਰਪਿਤ ਹਾਂ, ਅੱਜ ਵੀ ਆ, ਕੱਲ੍ਹ ਨੂੰ ਵੀ। ਅਸੀਂ ਤਾਂ ਸਾਰੀ ਸੇਵਾ ਸੰਭਾਲ ਕੇ ਵੀ ਦਰਬਾਰ ਸਾਹਿਬ ਜਾਣਾ, ਅਕਾਲ ਤਖਤ ਸਾਹਿਬ ਤੇ ਜਾਣਾ। ਜਿਹੜੇ ਐਕਟ ਬਣੇ ਤਾਂ ਸਰਕਾਰਾਂ ਦੇ ਅਧੀਨ ਆ, ਤਾਂ ਸਰਕਾਰਾਂ ਨੇ ਦੇਖਣਾ ਵੀ ਕਿਸ ਤਰੀਕੇ ਦੇ ਨਾਲ ਇਸ ਐਕਟ ਨੂੰ ਕਿੱਦਾਂ ਅੱਗੇ ਜਿਹੜਾ ਇੰਪਲੀਮੈਂਟ ਕਰਨਾ ਵਾ, ਕਿਵੇਂ ਚਲਾਉਣਾ। ਸਗੋਂ ਇੱਕ ਭਾਈਚਾਰਾ ਕੇਂਦਰੀ ਚੋਣ ਕਮਿਸ਼ਨ ਦੇ ਅੰਡਰ ਹੈ ਨਾ? ਹਾਂਜੀ, ਕੇਂਦਰੀ ਚੋਣ ਕਮਿਸ਼ਨ ਦੇ ਅੰਡਰ ਹੈ ਨਾ? ਅਸੀਂ ਪਿਆਰ ਦੇ ਨਾਲ ਇੱਕ ਇਹ ਜ਼ਰੂਰ ਕਹਿਣਾ ਚਾਹੁੰਦੇ ਧਾਲੀਵਾਲ ਸਾਹਿਬ ਕਿ ਜਿਵੇਂ ਦਿੱਲੀ ਕਮੇਟੀ ਦਾ ਨੁਮਾਇੰਦਾ SGPC ਲੈਂਦੀ ਹੈ, SGPC ਦਾ ਦਿੱਲੀ ਕਮੇਟੀ 'ਚ ਜਾਂਦਾ, ਸਾਡੇ ਨਾਲ ਸਗੋਂ ਇਸ ਤਰ੍ਹਾਂ ਭਾਈਚਾਰਾ ਹਰਿਆਣੇ ਨਾਲ ਇੰਨੀ ਨਫ਼ਰਤ ਕਿਉਂ ਕਰ ਰਹੇ ਆ ਸਰਦਾਰ ਧਾਮੀ ਸਾਹਿਬ ਜਾਂ ਬਾਦਲ ਪਰਿਵਾਰ? ਉਹਨਾਂ ਨੂੰ ਚਾਹੀਦਾ 1-2 ਨੁਮਾਇੰਦੇ ਸਾਨੂੰ ਦੇਣ, 1-2 ਨੁਮਾਇੰਦੇ ਸਾਡੇ ਤੋਂ ਲੈਣ।
ਇੱਕ ਭਾਈਚਾਰਾ ਪਿਆਰ ਸਤਿਕਾਰ ਬਣਾਉਣ। ਐਵੇਂ ਉਹਨਾਂ ਨੇ ਤੇ ਅਦਾਲਤਾਂ ਨੂੰ ਵੀ ਧੜਿਆਂ 'ਚ ਪਾਤਾ, ਅਦਾਲਤਾਂ ਨੂੰ ਵੀ, ਜੱਜ ਸਾਹਿਬਾਨਾਂ ਨੂੰ ਵੀ ਧੜਿਆਂ 'ਚ ਪਾਤਾ। ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਵੀ ਆਓ ਗੱਲ ਵੱਕੜੀ ਪਾਓ, ਮਿਲ ਕੇ ਚੱਲੀਏ ਕੰਮ। ਅਸੀਂ ਤਾਂ ਕਹਿੰਦੇ ਆ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਕੰਮ, ਅਸੀਂ ਤਾਂ ਸਰਦਾਰ ਧਾਮੀ ਸਾਹਿਬ ਨੂੰ ਅਪੀਲ ਕੀਤੀ ਆ ਵੀ ਖੁਦ ਆਓ ਤੇ ਆ ਕੇ ਹਰਿਆਣੇ ਦੇ ਸਿੱਖਾਂ ਨੂੰ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਸਤਿਕਾਰ ਨਾਲ ਸੇਵਾ ਸੰਭਾਲ ਕੇ ਜਾਓ, ਅਸੀਂ ਤੁਹਾਡਾ ਸਨਮਾਨ ਕਰਕੇ ਇੱਥੋਂ ਤੋਰੀਏ, ਕੱਲ ਨੂੰ ਆਪਾਂ ਮਿਲਣਾ ਵੀ ਆ। ਸਪਸ਼ਟ ਸ਼ਬਦਾਂ ਦੇ ਵਿੱਚ ਟੀਵੀ ਦੇ ਉੱਤੇ ਤੁਹਾਡੇ ਵੱਲੋਂ ਅਪੀਲ ਕਰਦੇ ਹਾਂ ਵੀ ਦਾਦੂਵਾਲ ਸਾਹਿਬ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਹੈ ਉਹ ਮਿਲ ਕੇ ਕੰਮ ਕਰਨਾ ਚਾਹੁੰਦੇ ਆ, ਅਸੀਂ ਨਫ਼ਰਤ ਨਹੀਂ ਕਰਨੀ ਚਾਹੁੰਦੇ। ਅਸੀਂ ਕਹਿੰਦੇ ਹਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਓ ਗੱਲ ਲੱਗੋ, ਧਾਮੀ ਹੋਰਾਂ ਨੂੰ ਕਹਿੰਦੇ ਆਓ ਗੱਲ ਲੱਗੋ, ਆਪਾਂ ਮਿਲ ਕੇ ਜਿਹੜੀ ਧਰਮ ਪ੍ਰਚਾਰ ਦੀ ਅੱਗੇ ਗੱਲ ਕਰੀਏ। ਇਹੀ ਗੱਲ ਕਰਦੇ। ਦੇਖੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਰਹੇ ਹਾਂ, ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਨਾਲ ਜੋੜ ਲਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰ ਰਹੀ ਆ ਕਿ ਸਰਦਾਰ ਧਾਮੀ ਸਾਹਿਬ ਆਉਣ। ਦੇਖੋ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਦੀ ਜਿਹੜੀ ਪੋਲੀਟੀਕਲ ਬਾਡੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਹੈ, ਉਦੋਂ ਵੀ ਕਿੰਨਾ ਚੀਕ ਚਿਹਾੜਾ ਪਿਆ ਸੀਗਾ, ਕਿੰਨਾ ਚਿਰ ਇਹਨਾਂ ਨੇ ਕਿਹਾ ਸੀ ਅਸੀਂ ਜਥੇ ਨਹੀਂ ਭੇਜਣੇ, ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਪਰ ਬਾਅਦ ਸਾਰਾ ਕੁਝ ਨਾਰਮਲ ਹੋ ਗਿਆ ਨਾ। ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਥੇ ਇੱਥੇ ਆਉਂਦੇ ਆ, ਇੱਥੋਂ ਉੱਥੇ ਜਾਂਦੇ ਆ, ਇੱਕ ਦੂਜੇ ਦਾ ਮਾਣ ਸਨਮਾਨ ਹੁੰਦਾ, ਸਤਿਕਾਰ ਹੁੰਦਾ। ਅਸੀਂ ਇਸੇ ਤਰ੍ਹਾਂ ਵੀ ਇਦਾਂ ਦੀ ਬਿਆਨਬਾਜ਼ੀ ਨਾ ਕਰੋ। ਕਦੇ ਕਹਿ ਦਿੰਦੇ ਬਲਿਊ ਸਟਾਰ ਨਾਲੋਂ ਵੱਡਾ ਇਹ ਤਾਂ ਕੰਮ ਹੋ ਗਿਆ, ਵੀ ਇਦਾਂ ਦੀ ਭੜਕਾਟ ਭਰੀ ਬਿਆਨਬਾਜ਼ੀ ਨਾ ਕਰੋ। ਆਪਾਂ ਕੱਲ ਨੂੰ ਵੀ ਇਕੱਠੇ ਬਹਿਣਾ, ਤੇ ਇਸ ਕਰਕੇ ਤੁਸੀਂ ਜਿਹੜਾ ਹੈਗਾ ਸਤਿਕਾਰ ਨਾਲ ਇੱਥੇ ਆ ਕੇ ਸੇਵਾ ਸੰਭਾਲ ਕੇ ਜਾਓ। ਸਰਦਾਰ ਧਾਮੀ ਸਾਹਿਬ ਅਸੀਂ ਤੁਹਾਡਾ ਸਨਮਾਨ ਕਰਕੇ ਤੋਰੀਏ, ਤੁਸੀਂ ਇੱਥੇ ਆਓ ਅਸੀਂ ਸਨਮਾਨ ਕਰੀਏ। ਇਹ ਉੱਥੇ ਆਉਂਦੇ ਹਰਿਆਣੇ ਦੇ ਸਿੱਖ, ਹਰਿਆਣਾ ਕਮੇਟੀ, ਤੁਸੀਂ ਉੱਥੇ ਸਨਮਾਨ ਕਰੋ। ਜਥੇਦਾਰ ਅਕਾਲ ਤਖਤ ਵੀ ਸਭ ਦੇ ਸਾਂਝੇ ਆ, ਕੌਮ ਦੇ ਅਕਾਲ ਤਖਤ ਸਾਹਿਬ ਉਹ ਵੀ ਨਿਰਪੱਖ, ਉਹ ਹਰਿਆਣੇ ਦੇ ਸਿੱਖਾਂ ਨੂੰ ਵੀ ਸਿੱਖ ਸਮਝਣ। ਜੇ ਤਾਂ ਹਰਿਆਣਾ ਸਰਕਾਰ ਨੇ ਜਾਂ ਮਾਨਯੋਗ ਸੁਪਰੀਮ ਕੋਰਟ ਨੇ ਗੁਰਦੁਆਰਿਆਂ ਦੀ ਕਮੇਟੀ ਦਾ ਪ੍ਰਬੰਧ ਕਿਸੇ ਗੈਰ ਸਿੱਖ ਨੂੰ ਦੇ ਦਿੱਤਾ, ਫੇਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਸਿੱਖਾਂ ਨਾਲ ਧੱਕਾ ਹੋ ਗਿਆ। ਇਹ ਸਿੱਖਾਂ ਨੂੰ ਹੀ ਸੰਭਾਇਆ, ਸਿੱਖਾਂ ਕੋਲ ਹੀ ਆ। ਹਰਿਆਣੇ ਦੇ ਸਿੱਖ ਜਾਂ ਤੱਕ ਉਹ ਵੀ ਸਿੱਖ ਨਹੀਂ ਆ, ਉਹ ਵੀ ਤਾਂ ਸਿੱਖ ਨੇ। ਚਲੋ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ, ਆਨੰਦਪੁਰ ਦੇ ਮਤੇ ਤੇ ਤੁਹਾਡਾ ਕੀ ਸਟੈਂਡ ਹੈ? ਦੇਖੋ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਧਰਮ ਯੁੱਧ ਮੋਰਚੇ ਦਾ ਹੀ ਸਾਰਿਆ, ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ। ਸ਼੍ਰੋਮਣੀ ਅਕਾਲੀ ਦਲ ਹੀ ਪਾਸਿਓ ਅਸੀਂ ਤਾਂ ਕਹਿੰਦੇ ਆ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਲਾਗੂ ਹੋਣਾ ਚਾਹੀਦਾ। ਉਹਦੇ 'ਚ ਵੀ ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਆ ਨਾ, ਤੇ ਜੇ ਸਟੇਟ ਨੇ ਅਧਿਕਾਰ ਵਰਤ ਲਏ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ 'ਚ ਆਨੰਦਪੁਰ ਦਾ ਮਤਾ ਸ਼ਾਮਲ ਕੀਤਾ ਸੀ, ਉਹੀ ਅੱਜ ਸਟੇਟਾਂ ਦੇ ਵੱਧ ਅਧਿਕਾਰ ਤੋਂ ਜਿਹੜਾ ਹੈਗਾ ਉਹ ਚੀਕ ਚਿਹਾੜਾ ਪਾ ਰਹੇ ਆ। ਬਿਹਤਰ ਤਰੀਕੇ ਨਾਲ ਯਾਦ ਹੋਊਗਾ ਦਾਦੂਵਾਲ ਸਾਹਿਬ, ਮੈਂ ਤਾਂ ਉਮਰ 'ਚ ਵੀ ਛੋਟਾ, ਤਜਰਬੇ 'ਚ ਵੀ ਛੋਟਾ, ਵੈਸੇ ਵੀ ਨਮਾਣਾ। ਧਰਮ ਯੁੱਧ ਮੋਰਚੇ ਦੀ ਅਰਦਾਸ ਕਿਹਨਾਂ ਵੱਲੋਂ ਕੀਤੀ ਗਈ ਸੀ? ਦੇਖੋ ਜਿਹੜਾ ਧਰਮ ਯੁੱਧ ਮੋਰਚਾ ਸੀਗਾ ਉਹ ਸ਼੍ਰੋਮਣੀ ਆਪਣਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ 2 ਸਿੰਘਾਂ ਦੀ ਰਿਹਾਈ, ਬਾਬਾ 18 ਸਿੰਘ ਜੀ ਤੇ ਭਾਈ ਅਮਰੀਕ ਸਿੰਘ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸਨ, ਉਹਨਾਂ ਦੀ ਰਿਹਾਈ ਤੇ ਗੱਲ ਸ਼ੁਰੂ ਹੋਈ ਸੀ। ਮੋਰਚਾ ਸ਼ੁਰੂ ਹੋ ਗਿਆ, ਉਹਦੀ ਅਰਦਾਸ ਕੀਤੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਔਰ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਪੂਰੀ ਤੋਂ ਚੱਕ ਕੇ ਆਪਣਾ ਡੰਡਾ ਡੇਰਾ, ਕਿਉਂਕਿ ਸੰਗਤ ਉੱਥੇ ਜਾਂਦੀ ਇੱਧਰ ਨੂੰ ਜਾਂਦੀ ਨਹੀਂ ਸੀ, ਤੇ ਉਹਦੇ ਚਲੇ ਗਏ। ਉਹਨਾਂ ਨੇ ਖੁੱਲ੍ਹਦਿਲੀ ਦੇ ਨਾਲ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬਣਾਇਆ ਗਿਆ। ਮੋਰਚਾ ਡਿਕਟੇਟਰ ਉਹ ਸੀ, ਪਿਆਰ ਭਾਵੇਂ ਸਾਰਾ ਜਿਹੜਾ ਸੀ ਸੰਤ ਜਰਨੈਲ ਸਿੰਘ ਦੇ ਨਾਲ ਸੀ ਸੰਗਤਾਂ ਦਾ। ਇਸ ਤਰੀਕੇ ਨਾਲ ਜਿਹੜਾ ਧਰਮ ਉਹਦੇ ਵਿੱਚ ਐਸਜੀਪੀਸੀ ਦੀ ਵੀ ਗੱਲ ਹੋਈ ਸੀਗੀ ਕਿ ਐਸਜੀਪੀਸੀ ਨੂੰ ਵੀ ਜਿਹੜਾ ਤਕੜਾ ਕੀਤਾ ਜਾਵੇ। ਪੂਰੇ ਭਾਰਤ ਦੇ ਵਿੱਚ ਐਸਜੀਪੀਸੀ ਜਿਹੜਾ ਹੈ ਉਹ ਗੁਰਦੁਆਰੇ ਦੀ ਨਹੀਂ, ਉਹਦੇ 'ਚ ਆਲ ਇੰਡੀਆ ਐਕਟ ਦੀ ਗੱਲ ਆ ਕਿ ਗੁਰਦੁਆਰਾ ਆਲ ਇੰਡੀਆ ਐਕਟ ਬਣਾਇਆ। ਪਰ ਮੇਰੇ ਨਾ ਇੱਕ ਬੇਨਤੀ ਆ ਕਿ ਸ਼ਾਇਦ ਅਸੀਂ ਇਹਨੂੰ ਨਾ ਵਾਚਿਆ ਨਹੀਂ ਆ, ਹੋਮਵਰਕ ਨਹੀਂ ਕੀਤਾ। ਬਹੁਤ ਸਾਰੇ ਵੀਰ ਇਹ ਸਮਝਦੇ ਆ ਕਿ ਸ਼ਾਇਦ ਪੂਰੇ ਭਾਰਤ ਦੀ ਇੱਕੋ ਕਮੇਟੀ ਬਣ ਜਾਣੀ ਸੀਗੀ। ਮੇਰੇ ਕੋਲ ਅੱਜ ਵੀ ਜੋ ਗੱਲਬਾਤ ਦਾ ਸਾਰਾ ਮੇਰੇ ਕੋਲ ਰਿਕਾਰਡ ਆ ਕਿ ਜੋ ਮੇਰੀ ਗੱਲਬਾਤ ਹੋਈ ਮੇਰੇ ਦਿਮਾਗ 'ਚ ਆ, ਮੈਂ ਬੜੀ ਡੀਪਲੀ ਗੱਲ ਕੀਤੀ ਇਹਦੇ 'ਤੇ। ਜਿਹੜੀ ਉਹ ਕਮੇਟੀ ਸੀ ਜਸਟਿਸ ਹਰਬੰਸ ਸਿੰਘ, ਉਹ ਵਾਹਿਗੁਰੂ ਨੂੰ ਪਿਆਰੇ ਹੋ ਗਏ। ਉਸ ਕਮੇਟੀ ਦਾ ਇੱਕ ਮੈਂਬਰ ਜਿਉਂਦਾ, ਜੋ ਮੈਨੂੰ ਉਹਨਾਂ ਦੱਸਿਆ, ਉਹਨੇ ਐਡਵੋਕੇਟ ਸਰਦਾਰ ਮਨਜੀਤ ਸਿੰਘ ਖਹਿਰਾ, ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਜਿਹੜਾ ਐਕਟ ਪਾਸ ਕਰਕੇ ਸੈਂਟਰ ਨੂੰ ਭੇਜਿਆ ਸੀ ਉਹ ਦੇਖ ਤਾਂ ਲਵੋ ਕੋਈ ਜਣਾ। ਸਾਰੇ ਕਹੀ ਜਾਂਦੇ ਉਹਦੇ 'ਚ 5 ਸਟੇਟਾਂ ਦੀਆਂ ਵੱਖਰੀਆਂ ਕਮੇਟੀਆਂ ਸੀ। ਉਹਦੇ 'ਚ ਹਰਿਆਣਾ ਦੀ ਕਮੇਟੀ ਵੱਖਰੀ, ਪੰਜਾਬ ਦੀ ਵੱਖਰੀ, ਰਾਜਸਥਾਨ ਦੀ ਵੱਖਰੀ, ਦਿੱਲੀ ਦੀ ਵੱਖਰੀ ਤੇ ਯੂਪੀ ਦੀ ਵੱਖਰੀ। ਇੱਕ ਕੇਂਦਰੀ ਕਮੇਟੀ ਸੀ ਜਿਹਦੇ ਕੋਲ 5 ਤਖਤਾਂ ਦਾ ਪ੍ਰਬੰਧ ਤੇ ਸੱਚਖੰਡ ਦਰਬਾਰ ਸਾਹਿਬ ਦਾ ਪ੍ਰਬੰਧ। ਇਹ ਜੋ ਮੈਨੂੰ ਸਰਦਾਰ ਖਹਿਰਾ ਸਾਹਿਬ ਨੇ ਦੱਸਿਆ, ਉਸ ਕਮੇਟੀ ਦਾ ਇੱਕ ਹਿੱਸਾ ਸਨ, ਇੱਕ ਮੈਂਬਰ ਸਨ।
ਤੇ ਉਹਦੇ ਵਿੱਚ ਤੁਸੀਂ ਦੇਖੋ ਅੱਜ ਵੀ ਅਸੀਂ ਕਹਿੰਦੇ ਆ ਵੀ ਸਟੇਟਾਂ ਦੀਆਂ ਕਮੇਟੀਆਂ, ਉਹਦੇ 'ਚ ਵੀ ਹਰਿਆਣਾ ਕਮੇਟੀ ਤਾਂ ਵੱਖਰੀ ਦੀ ਗੱਲ ਆ। ਆਲ ਇੰਡੀਆ ਐਕਟ ਤੋਂ ਸਾਨੂੰ ਕਿਸ ਨੂੰ ਇਤਰਾਜ਼ ਹੀ ਨਹੀਂ, ਇਤਰਾਜ਼ ਹੋਇਆ ਤੇ ਸਰਦਾਰ ਬਾਦਲ ਸਾਹਿਬ ਨੂੰ ਹੀ ਹੋਇਆ। ਉਹਨਾਂ ਨੇ ਇਧਰੋਂ ਪਾਸ ਕਰਕੇ ਭੇਜਤੀ, ਸੈਂਟਰ 'ਚੋਂ ਮਨਜ਼ੂਰ ਨਹੀਂ ਹੋਣ ਦਿੱਤੀ। ਅੱਜ ਵੀ ਜੇ ਉਹ ਮਨਜ਼ੂਰ ਹੋ ਜੇ, ਅਨੰਦਪੁਰ ਦੇ ਮਤੇ ਦਾ ਹਿੱਸਾ ਵਾ, ਤਾਂ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਉਹ ਪਾਸ ਹੋ ਜੇ, ਉਹਦੇ ਤਾਂ ਆਹ ਕਮੇਟੀਆਂ ਤਾਂ ਵੱਖੋ ਵੱਖਰੀਆਂ ਨੇ। ਜਿਹੜੀ ਕੇਂਦਰੀ ਕਮੇਟੀ ਆ ਉਹਦੇ ਕੋਲੇ 5 ਤਖਤਾਂ ਦਾ ਪ੍ਰਬੰਧ ਤੇ ਸੱਚਖੰਡ ਦਰਬਾਰ ਸਾਹਿਬ ਦਾ ਪ੍ਰਬੰਧ ਆ, ਸਾਨੂੰ ਕੀ ਇਤਰਾਜ਼ ਆ? ਉਹਦੇ 'ਚ ਸਟੇਟਾਂ ਦੀਆਂ ਕਮੇਟੀਆਂ ਵੱਖਰੀਆਂ ਰਹਿਣੀਆਂ, ਕੇਂਦਰੀ ਕਮੇਟੀ ਇੱਕ ਆ। ਤੇ ਅਸੀਂ ਤਾਂ ਪਹਿਲਾਂ ਹੀ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਸ਼੍ਰੋਮਣੀ ਮੰਨਦੇ ਆ, ਕੇਂਦਰੀ ਮੰਨਦੇ ਆ ਕਿ ਉਹ ਸਾਡੀ ਕੇਂਦਰੀ ਕਮੇਟੀ ਆ। ਦਾਦੂਵਾਲ ਸਾਹਿਬ, SYL ਦੇ ਜ਼ਰੀਏ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ? ਦੇਖੋ ਹੱਕ ਆ ਹਰ ਚੀਜ਼, ਜਿੱਦਾਂ ਹਰਿਆਣੇ ਦੇ ਸਿੱਖਾਂ ਨੇ ਹੱਕ ਲਿਆ ਗੁਰਦੁਆਰਾ ਦੇ ਪ੍ਰਬੰਧਾਂ ਦਾ, ਜੇ ਹਰਿਆਣੇ ਦਾ ਹੱਕ ਬਣਦਾ ਤੇ ਹੱਕ ਮਿਲਣਾ ਚਾਹੀਦਾ। ਜੇ ਨਹੀਂ ਬਣਦਾ, ਨਹੀਂ, ਇਹ ਤਾਂ ਹੁਣ ਕਾਨੂੰਨੀ ਮੁੱਦਾ ਵਾ। ਕਾਨੂੰਨੀ ਤੌਰ ਤੇ ਜਿੱਦਾਂ ਐਕਟ ਬਣਾਇਆ ਗਿਆ, ਇਸੇ ਤਰ੍ਹਾਂ ਕਾਨੂੰਨੀ ਜਿਹੜੇ ਰਿਪੇਰੀਅਨ ਕਾਨੂੰਨ ਆ ਜਾਂ ਜੋ ਕੁਛ ਆ, ਹੱਕ ਦੇਖਣੇ ਚਾਹੀਦੇ। ਜੇਕਰ ਕਿਸੇ ਦਾ ਨਹੀਂ ਹੱਕ ਤਾਂ ਨਹੀਂ ਮਿਲਣਾ ਚਾਹੀਦਾ, ਜੇ ਹੱਕ ਆ ਤਾਂ ਮਿਲਣਾ ਚਾਹੀਦਾ। ਜੇਕਰ ਉਹ ਇਕੱਲੇ ਪੰਜਾਬ ਦਾ ਹਿੱਸਾ ਵਾ ਤਾਂ ਪੰਜਾਬ ਨੂੰ ਹੀ ਰਹਿਣਾ ਚਾਹੀਦਾ ਵਾ। ਜੇ ਹਰਿਆਣੇ ਦਾ ਵੀ ਬਣਦਾ ਵਾ ਤੇ ਹਰਿਆਣੇ ਨੂੰ। ਪਰ ਤੁਸੀਂ ਰਾਈਪੇਰੀਅਨ ਕਾਨੂੰਨ ਦੀ ਗੱਲ ਕੀਤੀ, ਰਾਈਪੇਰੀਅਨ ਲਾਅ ਮੁਤਾਬਕ ਜਿੱਥੋਂ ਦਰਿਆ ਵਹਿੰਦੇ ਆ, ਪਹਿਲਾ ਅਧਿਕਾਰ ਉਹਨਾਂ ਦਾ, ਜੇ ਉਹ ਚਾਹਣ ਤਾਂ ਦੇ ਸਕਦੇ, ਨਹੀਂ ਦੇ ਸਕਦੇ। ਤੇ ਫਿਰ ਇਹ ਸਾਰੀ ਗੱਲਬਾਤ ਜਿਹੜੀ ਹੈ ਸਾਡੇ ਕਾਨੂੰਨੀ, ਜਿਹੜੇ ਸਾਡੇ ਪੋਲੀਟੀਕਲ ਆਗੂ ਨੇ ਇੱਥੇ, ਸਰਕਾਰਾਂ ਨੇ, ਉਹਨਾਂ ਨੂੰ ਦੇਖਣਾ। ਮੈਂ ਤਾਂ ਕੋਈ ਪੋਲੀਟੀਕਲ ਨਹੀਂ ਆ, ਮੈਂ ਤਾਂ ਕੋਈ ਮੁੱਖ ਮੰਤਰੀ ਨਹੀਂ ਆ। ਇਸ ਤੋਂ ਬਾਅਦ ਤੁਹਾਨੂੰ ਅਖਿਆਈ ਹੋ ਸਕਦੀ ਹੈ, ਹਰਿਆਣੇ ਦੇ ਸਿੱਖ ਕਹਿਣਗੇ, ਹਰਿਆਣੇ ਦੇ ਜ਼ਿਮੀਂਦਾਰ ਕਹਿਣਗੇ, ਹਰਿਆਣੇ ਦੇ ਲੋਕ ਕਹਿਣਗੇ ਵੀ ਹਰਿਆਣੇ ਨੂੰ ਪਾਣੀ ਕਿਉਂ ਨਾ ਮਿਲੇ। ਤਾਂ ਮੈਂ ਤਾਂ ਪਹਿਲਾਂ ਕਹਿ ਚੁੱਕਾ ਵੀ ਜੇ ਸਾਡਾ ਹੱਕ ਆ ਤੇ ਸਾਨੂੰ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ, ਜਿਵੇਂ ਹਰਿਆਣਾ ਕਮੇਟੀ ਦਾ ਸੀਗਾ। ਤੇ ਜੇ ਹੱਕ ਨਹੀਂ ਆ ਤੇ ਨਹੀਂ, ਜੇ ਹੱਕ ਹੈ ਤਾਂ ਮਿਲਣਾ ਚਾਹੀਦਾ ਵਾ। ਮੈਂ ਤਾਂ ਹੱਕ ਦੀ ਗੱਲ ਕਰ ਰਿਹਾ, ਜਿੱਥੇ ਹੱਕਾਂ ਦੀ ਗੱਲ ਆ। ਪਰ ਸ਼ਾਇਦ ਇਹ ਹੋ ਸਕਦਾ ਕਿ ਛੋਟਾ ਮੂੰਹ ਵੱਡੀ ਗੱਲ ਹੋਵੇ, ਪਰ ਤੁਸੀਂ ਜਿਸ ਕਿਰਦਾਰ ਦੇ ਵਿੱਚ, ਜਿਸ ਰੂਪ ਦੇ ਵਿੱਚ, ਸਵਰੂਪ ਦੇ ਵਿੱਚ ਇਸ ਦੁਨੀਆ ਦੇ ਉੱਤੇ ਵਿਚਰ ਰਹੇ ਹੋ, ਧਾਰਮਿਕ ਆਗੂ ਦੇ ਤੌਰ ਦੇ ਉੱਤੇ, ਧਰਮ ਤਾਂ ਇਹ ਗੱਲ ਕਹਿੰਦਾ ਕਿ ਦੁਨੀਆ ਦੇ ਉੱਤੇ ਬੰਦਾ ਇੱਕ ਮਹਿਮਾਨ ਹੈ, ਇੱਥੇ ਤਾਂ ਕਿਸੇ ਦਾ ਕੋਈ ਹੱਕ ਨਹੀਂ। ਬੰਦਾ ਆਪਣੀ ਐਵੇਂ ਜਗ੍ਹਾ ਥਾਵਾਂ ਖਰੀਦਾ ਬਣਾਉਂਦਾ ਫਿਰਦਾ, ਤੇ ਐ ਨਹੀਂ ਪਤਾ ਕਿ ਉਹ ਥਾਂ ਤੋਂ ਪਹਿਲਾਂ ਬੰਦਾ ਢੇਰੀ ਹੋ ਜਾਵੇ। ਤੇ ਉਸ ਮੁਤਾਬਕ ਤੁਹਾਡੀ ਕੀ ਸੋਚ? ਨਹੀਂ, ਮੈਂ ਤਾਂ ਇਹੀ ਪਹਿਲਾਂ ਬੇਨਤੀ ਕਰ ਚੁੱਕਾ ਵੀ ਜਿੱਥੇ ਜਿਹਦਾ ਹੱਕ ਆ ਉਹਨੂੰ ਮਿਲਣਾ ਚਾਹੀਦਾ। ਹੱਕ ਵਾਸਤੇ ਆਪਣੇ ਹੱਕਾਂ ਲਈ ਲੜੇ ਆ, ਹੱਕਾਂ ਲਈ ਲੜ ਰਹੇ ਆ, ਹੱਕਾਂ ਲਈ ਲੜਾਂਗੇ, ਠੀਕ ਆ ਨਾ। ਜਿੱਥੇ ਸਾਡਾ ਹੱਕ ਆ, ਜੇ ਪੰਜਾਬ ਦਾ ਹੱਕ ਆ ਪੰਜਾਬ ਨੂੰ, ਜੇ ਹਰਿਆਣਾ ਦਾ ਹੱਕ ਆ ਤਾਂ ਹਰਿਆਣਾ ਨੂੰ ਸਾਡੇ ਹੱਕ ਜਿਹੜੇ ਆ ਸਾਨੂੰ ਮਿਲਣੇ ਚਾਹੀਦੇ ਆ, ਠੀਕ ਆ ਨਾ। ਇਹ ਬਾਕੀ ਕਾਨੂੰਨੀ ਮਸਲਾ ਕਾਨੂੰਨ ਨੇ ਦੇਖਣਾ, ਜਿਹੜੇ ਕਾਨੂੰਨੀ ਮਾਹਰ ਆ ਸਰਕਾਰਾਂ ਨੇ ਦੇਖਣਾ। ਇਹ ਜੇ ਸਾਡਾ ਹੱਕ ਬਣਦਾ ਸਾਨੂੰ ਹਰਿਆਣੇ ਨੂੰ ਮਿਲਣਾ ਚਾਹੀਦਾ। ਨਹੀਂ ਬਾਕੀ ਮੇਰਾ ਤਾਂ ਦੇਖੋ ਨਾ, ਮੈਂ ਤਾਂ ਇੱਕ ਸਾਂਝਾ ਵਾਂ, ਠੀਕ ਆ, ਹਰਿਆਣੇ ਦੇ ਸਿੱਖਾਂ ਲਈ ਲੜਿਆ। ਮੈਂ ਤਾਂ ਪੰਜਾਬ 'ਚ ਵੀ ਪ੍ਰਚਾਰ ਕਰਨ ਜਾਂਦਾ, ਰਾਜਸਥਾਨ ਵੀ ਜਾਂਦਾ, ਦਿੱਲੀ ਵੀ ਜਾਂਦਾ, ਵਿਦੇਸ਼ਾਂ 'ਚ ਵੀ ਜਾਂਦਾ। ਮੇਰੀ ਤਾਂ ਭਾਵਨਾਵਾਂ ਇਕੱਲੇ ਹਰਿਆਣੇ ਨਹੀਂ, ਸਾਰੀ ਦੁਨੀਆ ਦੇ ਸਿੱਖਾਂ ਨਾਲ, ਗੈਰ ਸਿੱਖਾਂ ਨਾਲ ਵੀ ਜੁੜੀਆਂ ਹੋਈਆਂ ਨੇ। ਮੈਂ ਆਪਣੇ ਧਰਮ 'ਚ ਪਰਪੱਕ ਤੇ ਦੂਜੇ ਧਰਮਾਂ ਦਾ ਸਤਿਕਾਰ ਕਰਦਾ, ਧਰਮ ਗ੍ਰੰਥਾਂ ਦਾ, ਧਰਮ ਸਥਾਨਾਂ ਦਾ। ਸਤਿਗੁਰ ਨੇ ਸਾਂਝੀਵਾਲਤਾ, ਸਰਬੱਤ ਦਾ ਭਲਾ ਸਾਨੂੰ ਸਿਖਾਇਆ ਵਾ। ਤੇ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਸਰਬੱਤ ਦੇ ਭਲੇ ਲਈ ਕੰਮ ਕਰਨਾ ਚਾਹੀਦਾ। ਜਿੱਥੇ ਲੋੜ ਹੈ, ਜੇ ਸਾਡੇ ਕੋਲੋਂ ਵੱਧ ਆ ਤੇ ਅਸੀਂ ਦੂਜੇ ਦੇ ਵੀ ਮੂੰਹ 'ਚ ਪਾਉਂਦੇ ਹਾਂ, ਦਸਵੰਧ ਕੱਢਦੇ ਹਾਂ। ਤੇ ਆ ਤੁਸੀਂ ਦੇਖ ਲਓ, ਭੁਚਾਲ ਨੇਪਾਲ 'ਚ ਆਇਆ ਤੇ ਜਾ ਕੇ ਸਿੱਖਾਂ ਨੇ ਲੰਗਰ ਲਾਏ। ਤੇ ਜੇ ਆਪਣਾ ਸੀਰੀਆ ਦੀ ਜੰਗ ਲੱਗੀ ਤੇ ਜਾ ਕੇ ਪੋਲੈਂਡ ਦੇ ਬਾਰਡਰਾਂ ਤੇ ਲੰਗਰ ਲਾ ਦਿੱਤੇ। ਜੇ ਪਾਕਿਸਤਾਨ 'ਚ ਹੜ੍ਹ ਆਇਆ ਤੇ ਸਿੱਖ ਉੱਥੇ ਪਹੁੰਚ ਗਏ। ਗੁਰੂ ਕੇ ਸਿੱਖ ਤਾਂ ਇਸ ਭਾਵਨਾ ਤੇ ਰੱਖਦੇ। ਇਸੇ ਤਰ੍ਹਾਂ ਜਿਹੜੀ ਚੀਜ਼ ਅਸੀਂ ਆਪਣੇ ਹਿੱਸੇ 'ਚੋਂ ਵੀ ਹਿੱਸਾ ਜਿਹੜਾ ਅੱਗੇ ਦਿੰਦੇ ਹਾਂ। ਸੋ ਇਸ ਕਾਰਨ ਕਰਕੇ ਜਿਹਦਾ ਜੋ ਹਿੱਸਾ ਬਣਦਾ, ਹੱਕ ਬਣਦਾ, ਕਿਸੇ ਦਾ ਹੱਕ ਨਹੀਂ। ਹੱਕ ਪਰਾਇਆ ਨਾਨਕਾ ਉਹ ਸੂਅਰ ਸਗਾਏ, ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਰੇਕ ਦਾ ਹੱਕ ਹਰੇਕ ਨੂੰ, ਤੁਹਾਡਾ ਤੁਹਾਨੂੰ, ਮੇਰਾ ਮੈਨੂੰ, ਹਰਿਆਣੇ ਦਾ ਹਰਿਆਣੇ ਨੂੰ, ਪੰਜਾਬ ਦਾ ਪੰਜਾਬ ਨੂੰ, ਭਾਰਤ ਦਾ ਭਾਰਤ ਨੂੰ, ਪਾਕਿਸਤਾਨ ਦਾ ਪਾਕਿਸਤਾਨ ਨੂੰ, ਹਰੇਕ ਨੂੰ ਆਪਣਾ ਹੱਕ ਜਿਹੜਾ ਉਹ ਮਿਲਣਾ ਚਾਹੀਦਾ। ਲੇਟੈਸਟ ਮੋਹਨ ਭਗਵਤ ਹੁਣਾਂ ਦਾ ਬਿਆਨ ਸੁਣਿਆ ਹੋਣਾ ਤੁਸੀਂ? ਨਹੀਂ, ਮੈਂ ਸੁਣਿਆ ਨਹੀਂ ਕੋਈ ਬਿਆਨ। ਉਹ ਕਹਿੰਦੇ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਉਹ ਆਲਰੇਡੀ ਹਿੰਦੂ ਹੈ। ਜੇਕਰ ਉਹਨੇ ਹਿੰਦੂ ਧਰਮ ਦੇ ਵਿੱਚ ਧਰਮ ਪਰਿਵਰਤਨ ਕਰਨਾ ਲੋੜ ਹੀ ਨਹੀਂ, ਉਹ ਤਾਂ ਆਲਰੇਡੀ ਹਿੰਦੂ ਹੈ। ਦੇਖੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਸੋਸ਼ਲ ਮੀਡੀਆ ਤੇ ਐਵੇਂ ਹੀ ਫੈਲ ਜਾਂਦੀਆਂ। ਮੈਂ ਇਸ ਤਰ੍ਹਾਂ ਦਾ ਬਿਆਨ ਉਹਨਾਂ ਦਾ ਕੋਈ ਨਹੀਂ ਸੁਣਿਆ। ਮੇਰੇ ਸਾਹਮਣੇ ਬਿਆਨ ਆਊਗਾ, ਮੈਂ ਉਹਨਾਂ ਦੀ ਜ਼ਬਾਨੀ ਸੁਣੂੰਗਾ ਤਾਂ ਮੈਂ ਆਪਣੀ ਸਟੇਟਮੈਂਟ ਦੇ ਦੂੰਗਾ। ਮੈਂ ਇੱਕ ਗੱਲ ਕਹਿਣਾ, ਸਿੱਖ ਇੱਕ ਵੱਖਰੀ ਕੌਮ, ਵੱਖਰਾ ਧਰਮ ਆ ਸੰਸਾਰ ਦੇ ਉੱਤੇ, ਠੀਕ ਹੈ ਨਾ। ਔਰ ਜੇ ਵੱਖਰਾ ਨਾ ਹੋਵੇ ਤੇ ਮਿਨੋਰਟੀ ਕਮਿਸ਼ਨ 'ਚ ਸਿੱਖ ਨਾ ਹੋਣ, ਵੱਖਰੇ ਨਾ ਹੋਣ, ਉੱਥੇ ਹਿੰਦੂ ਜਾਂ ਬ੍ਰਾਹਮਣ ਨਹੀਂ ਲਿਖਿਆ ਜਾਂਦਾ, ਉੱਥੇ ਸਿੱਖ ਨੂੰ ਸਿੱਖ ਲਿਖਿਆ ਜਾਂਦਾ। ਤੇ ਇਸ ਵੇਲੇ ਵੀ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਵੀ ਸਿੱਖ ਆ। ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ ਆ, ਵੱਖਰੇ ਅਸੂਲ ਤੇ ਸਿਧਾਂਤ ਆ।
ਅਸੀਂ ਆਪਣੇ ਧਰਮ 'ਚ ਪਰ ਕਈ ਸਿੱਖ ਪਰਪੱਕ ਹੋ ਕੇ ਵੱਖਰੇ ਰਾਜ ਦੀ ਵੀ ਮੰਗ ਕਰਦੇ। ਦੂਜੇ ਧਰਮਾਂ ਦਾ ਸਤਿਕਾਰ ਜਿਹੜਾ ਕਰਨਾ, ਰਾਜ ਕਰੇਗਾ ਖਾਲਸਾ ਤਾਂ ਗੁਰੂ ਦਾ ਸਾਨੂੰ ਸਿਧਾਂਤ ਆ। ਅਸੀਂ ਤਾਂ ਸਾਰੀ ਦੁਨੀਆ ਨੂੰ ਖਾਲਸਾ ਬਣਾਉਣਾ ਚਾਹੁੰਦੇ ਆ, ਸਾਰੀ ਦੁਨੀਆ ਤੇ ਰਾਜ ਕਰੇਗਾ ਖਾਲਸਾ। ਅੱਜ ਤੁਸੀਂ ਟੋਰਾਂਟੋ ਚਲੇ ਜਾਓ, ਅੱਜ ਤੁਸੀਂ ਸਰੀ ਚਲੇ ਜਾਓ, ਸਾਊਥ ਹਾਲ ਚਲੇ ਜਾਓ, ਸਿੱਖ ਹੀ ਸਿੱਖ ਨਜ਼ਰ ਆਉਂਦੇ, ਖਾਲਸੇ ਹੀ ਖਾਲਸੇ ਨਜ਼ਰ ਆਉਂਦੇ ਆ। ਤੇ ਗੁਰੂ ਕਾ ਖਾਲਸਾ ਤੇ ਸਾਰੀ ਜਗ੍ਹਾ ਤੇ ਫੈਲਿਆ। ਵਿਦੇਸ਼ਾਂ ਦੇ ਵਿੱਚ ਸਾਡੇ ਡਿਫੈਂਸ ਮਿਨਿਸਟਰਾਂ ਤੱਕ ਸਾਡੇ ਸਿੱਖ, ਕੈਨੇਡਾ ਨੇ ਤੇ ਆਪਣਾ ਡਿਫੈਂਸ ਦਾ ਹੀ ਸਾਰਾ ਜਮਾ ਸਿੱਖਾਂ ਨੂੰ ਸੌਂਪ ਦਿੱਤਾ। ਤੇ ਗੁਰੂ ਕੇ ਖਾਲਸੇ ਦੀ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਇਸ ਕਾਰਨ ਕਰ ਰਾਜ ਕਰੇਗਾ ਖਾਲਸਾ ਦਾ ਸਿਧਾਂਤ ਗੁਰੂ ਦਾ ਦਿੱਤਾ ਹੋਇਆ। ਸਿੱਖਾਂ ਦਾ ਸੱਜਣ ਉਹਨਾਂ ਨੇ ਆਪਣਾ ਡਿਫੈਂਸ ਮਿਨਿਸਟਰ ਬਣਾ ਲਿਆ। ਹਾਂਜੀ, ਸਿੱਖਾਂ ਦਾ ਸੱਜਣ, ਦੁਨੀਆ ਦਾ ਸੱਜਣ ਬਣਾਤਾ ਉਹਨਾਂ ਨੇ। ਦੇਖੋ ਆਪਣਾ ਡਿਫੈਂਸ ਕਿੱਡਾ ਭਰੋਸਾ ਕੀਤਾ। ਪਹਿਲਾਂ ਵੀ ਸਿੱਖਾਂ ਤੇ ਇਸੇ ਤਰ੍ਹਾਂ ਭਰੋਸਾ, ਮੁਗਲ ਰਾਜ ਵਿੱਚ ਵੀ ਸਾਡੇ ਸਿੱਖਾਂ ਦੇ ਉੱਤੇ ਇੰਨਾ ਭਰੋਸਾ ਹੁੰਦਾ ਸੀ। ਨਾਲੇ ਮੁਗਲ ਰਾਜ ਸਿੱਖਾਂ ਦਾ ਦੁਸ਼ਮਣ, ਪਰ ਸਿੱਖਾਂ ਤੇ ਭਰੋਸਾ ਐਡਾ ਸੀ ਕਿ ਜਿਹੜੀਆਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਸੀ ਉਹ ਸਿੱਖਾਂ ਦੇ ਹੱਥ ਵਿੱਚ ਹੁੰਦੀਆਂ ਸੀਗੀਆਂ। ਤੁਸੀਂ ਬਹੁਤ ਸੋਹਣੀ ਗੱਲ ਕਰ ਰਹੇ ਹੋ, ਕਿਉਂਕਿ ਉਹ ਦਬਦਬਾ ਸੀ, ਰਸੂਖ ਸੀ ਇੱਕ। ਉਸ ਅਸਰ ਰਸੂਖ ਤੋਂ ਉਹ ਰਾਜ ਡਰਦੇ ਹੁੰਦੇ ਸੀਗੇ। ਅੱਜ ਉਹ ਉਹਨਾਂ ਸਿੱਖਾਂ ਦੀ, ਉਹ ਸਿੱਖ ਦੇ ਅਸਰ ਰਸੂਖ ਦੀ ਕਿੱਥੇ ਕੁ ਖੜਾ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਨਾ, ਅਸੀਂ ਜਿਨ੍ਹਾਂ ਨੂੰ ਸਾਰੀ ਕੁਝ ਪਾਵਰ ਦੇ ਦਿੱਤੀ ਆਪਣਾ ਅਸਰ ਰਸੂਖ ਬਣਾਉਣ ਵਾਸਤੇ, ਉਹਨਾਂ ਨੇ ਸਾਰਾ ਕੁਝ ਪਰਿਵਾਰ ਦੇ ਖਾਤੇ 'ਚ ਪਾ ਲਿਆ। ਅਸੀਂ ਤਾਂ ਬੇਅੰਤ ਸਿੰਘ ਮੁੱਖ ਮੰਤਰੀ ਤੋਂ ਬਾਅਦ ਸਾਰੀ ਪਾਵਰ ਬਾਦਲ ਪਰਿਵਾਰ ਨੂੰ ਦੇ ਦਿੱਤੀ। ਸਾਰੇ ਪੰਥ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹ, ਪੰਜਾਬ ਦੀ ਸਰਕਾਰ ਉਹਨਾਂ ਦੀ, ਸ਼੍ਰੋਮਣੀ ਕਮੇਟੀ ਉਹਨਾਂ ਦੀ, ਤਖਤਾਂ ਦੇ ਜਥੇਦਾਰ ਲਾਉਣ ਹਟਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ। ਉਹਨਾਂ ਪੰਥ ਵਾਲੇ ਪਾਸੇ ਸੋਚਿਆ ਨਹੀਂ, ਤਾਂ ਇਹਨਾਂ ਹਾਲਾਤਾਂ 'ਚ ਚਲੇ ਗਿਆ। ਤਾਂ ਹੀ ਪੰਥ ਤਰਾਹ ਕਰ ਰਿਹਾ ਕਿ ਇਸ ਪਰਿਵਾਰ ਨੂੰ ਪਾਸੇ ਕਰਕੇ ਕੋਈ ਪੰਥ ਨੂੰ ਉਭਾਰੋ, ਪੰਥ ਦੀ ਕੋਈ ਗੱਲ ਹੋਵੇ, ਅਕਾਲ ਤਖਤ ਦੀ ਛਤਰ ਛਾਇਆ 'ਚ ਸਾਰੇ ਇਕੱਠੇ ਹੋਣ, ਸਾਰਾ ਪੰਥ ਇਕੱਠੇ ਹੋ ਕੇ ਪੰਥ ਦੀ ਆਵਾਜ਼ ਬੁਲੰਦ ਕਰੇ। ਪੰਥ ਦੀ ਕਿਤੇ ਵੀ ਮੁਸ਼ਕਲ ਆਉਂਦੀ ਕਿਸੇ ਸਿੱਖ ਨੂੰ, ਭਾਰਤ ਦੀ ਕਿਸੇ ਸਟੇਟ ਵਿੱਚ ਜਾਂ ਵਿਦੇਸ਼ ਵਿੱਚ, ਉੱਥੇ ਜਾ ਕੇ ਖੜੇ ਹੋਈਏ, ਜ਼ਿੰਮੇਵਾਰੀ ਨਿਭਾਈਏ। ਕਹਿਣ ਨੂੰ ਨਾ ਹੋਵੇ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਆ, ਉਹ ਕਰਕੇ ਦਿਖਾਵੇ। ਇਹ ਸਾਰਾ ਕੁਝ ਤਾਂ ਹੋ ਸਕਦਾ ਜੇ ਅਸੀਂ ਨਿਰਪੱਖਤਾ ਦੇ ਤੌਰ ਤੇ ਉਸ ਨੂੰ ਲੈ ਕੇ ਇੱਕ ਪਰਿਵਾਰ ਦੀ ਛਤਰ ਛਾਇਆ ਚੋਂ ਨਿਕਲ ਕੇ ਪੂਰਾ ਪੰਥ ਪਰਿਵਾਰ ਅਸੀਂ ਬਣਾ ਕੇ ਚੱਲਾਂਗੇ ਅਸੂਲਾਂ ਸਿਧਾਂਤਾਂ ਨਾਲ। ਆ ਜਿਹੜੀਆਂ ਕਮੇਟੀਆਂ ਨੇ, ਸੰਸਥਾਵਾਂ, ਸੰਪਰਦਾਵਾਂ, ਟਕਸਾਲਾਂ, ਸਭ ਦੀ ਸਹਿਮਤੀ ਨਾਲ ਜਥੇਦਾਰ ਸਾਹਿਬ ਪੁਆਇੰਟ ਹੋਣ, ਇੱਕ ਪਰਿਵਾਰ ਦੇ ਵੱਲੋਂ ਪਰਚੀ ਨਾ ਕੱਢੀ ਜਾਵੇ। ਸੋ ਇਸ ਕਾਰਨ ਕਰਕੇ ਉਹ ਜਥੇਦਾਰ ਵੀ ਨਿਰਪੱਖ ਕੰਮ ਕਰਨ, ਪੂਰੀ ਕੌਮ ਨੂੰ ਧਿਆਨ 'ਚ ਰੱਖ ਕੇ ਕਰਨ। ਤਾਂ ਫਿਰ ਦੇਖੋ ਪੰਥ ਦੇ ਖਾਲਸੇ ਕੇ ਬੋਲਬਾਲੇ ਨਿੱਤ ਅਰਦਾਸ 'ਚ ਮੰਗਦੇ ਆ ਕਿ ਖਾਲਸੇ ਕੇ ਬੋਲਬਾਲੇ ਹੋਣ, ਫਿਰ ਬੋਲਬਾਲੇ ਹੋਣਗੇ। ਅੰਮ੍ਰਿਤਪਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਬਣੇ ਜਿਹੜੇ ਸਿੰਘ ਸਜੇ ਆ, ਉਸ ਨੌਜਵਾਨ ਬਾਰੇ ਕੀ ਵਿਚਾਰ ਰੱਖਦੇ? ਮੁਬਾਰਕ ਹੈ ਉਹ ਅੰਮ੍ਰਿਤਧਾਰੀ ਸਜੇ, ਮੈਂ ਵਧਾਈ ਦਿੰਦਾ ਉਹਨਾਂ ਨੂੰ ਕਿ ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਨਾਲੇ ਸੈਂਕੜੇ ਨੌਜਵਾਨਾਂ ਨੂੰ ਵੀ ਛਕਾਇਆ। ਉਹਨਾਂ ਨੇ ਪ੍ਰੇਰਿਆ। ਹਰ ਸਿੱਖ ਦਾ ਫਰਜ਼ ਹੈ ਆਪ ਜਪਿਆ ਅਵਰਿਆ ਨਾਮ ਜਪਾਵੇ, ਆਪ ਗੁਰੂ ਵਾਲਾ ਬਣੇ ਤੇ ਦੂਜਿਆਂ ਨੂੰ ਬਣਾਵੇ। ਮੈਨੂੰ 27 ਸਾਲ ਹੋ ਗਏ ਪ੍ਰਚਾਰ ਕਰਦਿਆਂ, ਦੇਸ਼ ਪ੍ਰਦੇਸ਼ 'ਚ ਹਰ ਜਗ੍ਹਾ ਜਿੱਥੇ 3 ਦੀਵਾਨ ਸਜਾਉਂਦਾ ਸੀ, ਹਜ਼ਾਰਾਂ ਸੰਗਤਾਂ ਜੁੜਦੀਆਂ, ਤੀਜੇ ਦਿਨ ਅੰਮ੍ਰਿਤ ਸੰਚਾਰ ਹੁੰਦਾ, ਹਜ਼ਾਰਾਂ ਲੱਖਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਸੋ ਇਸ ਤਰ੍ਹਾਂ ਮੈਂ ਤਾਂ ਵਧਾਈ ਦਿੰਦਾ, ਮੁਬਾਰਕ ਦਿੰਦਾ ਕਿ ਉਹਨਾਂ ਨੇ ਗੁਰੂ ਦੇ ਰਾਹ ਤੇ ਆਪ ਆਏ ਤੇ ਹੋਰਾਂ ਨੂੰ ਵੀ ਉਹਨਾਂ ਨੇ ਜਿਹੜਾ ਹੈਗਾ ਪ੍ਰੇਰਿਆ। ਤੇ ਉਹਨਾਂ ਨੇ ਕਿਹਾ ਅੰਮ੍ਰਿਤ ਤੋਂ ਬਿਨਾਂ ਗੱਲ ਨਹੀਂ ਹੈ। ਇਸ ਗੱਲ ਦਾ ਤਾਂ ਵਿਸ਼ੇਸ਼ ਕਰਕੇ ਐਪਰੀਸ਼ੀਏਟ ਕਰਦਾ। ਦਾਦੂਵਾਲ ਸਾਹਿਬ, ਸਮਾਂ ਕੱਢਿਆ, ਅੱਧੇ ਬੋਲ ਤੇ ਆਏ, ਭਾਵੇਂ ਦੇਰੀ ਨਾਲ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਧੰਨਵਾਦ ਜੀ ਧਾਲੀਵਾਲ ਸਾਹਿਬ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਔਰ ਤੁਹਾਡੇ ਚੈਨਲ ਦਾ ਤੇ ਸਾਰੀਆਂ ਸਰੋਤਾ ਸੰਗਤਾਂ ਦਾ ਧੰਨਵਾਦ ਆ। ਤੇ ਸਾਰਿਆਂ ਨੂੰ ਸਤਿਕਾਰ ਸਹਿਤ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ। ਸੋ ਗੱਲਬਾਤ ਸੁਣ ਰਹੇ ਸੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੀ ਜ਼ੁਬਾਨੀ, ਜਿਹੜੇ ਇਸ ਤਮਾਮ ਸਵਾਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀਆਂ ਦੇ ਲਬਾਂ ਦੇ ਉੱਤੇ, ਜ਼ੁਬਾਨ ਦੇ ਉੱਤੇ ਸੀਗੇ, ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਫਿਰ ਵੀ ਕੋਈ ਸਵਾਲ ਰਹਿ ਗਿਆ ਹੋਵੇ, ਜੇਕਰ ਫਿਰ ਵੀ ਕੋਈ ਗੁਸਤਾਖੀ ਹੋਈ ਹੋਵੇ, ਤਾਂ ਖਿਮਾ ਦਾ ਜਾਚਕ ਹਾਂ। ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਆਗੂ ਨਾਲ ਅਗਲੀ ਮੁਲਾਕਾਤ ਦੇ ਵਿੱਚ ਮਿਲਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।